ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਸਾਡਾ ਟੌਪਿਕ ਹੈ ਫਿਲਿਪਸ ਕਰਵ। ਇਹ ਯੂਨਿਟ 9 ਹੈ, ਜਿਸ ਦੇ ਵਿੱਚ ਆਪਾਂ ਇਨਫਲੇਸ਼ਨ ਦੀ ਗੱਲ ਕਰਾਂਗੇ ਤੇ ਨਾਲ ਫਿਲਿਪਸ ਕਰਵ ਦੀ ਗੱਲ ਕਰਾਂਗੇ, ਜੋ ਸਾਨੂੰ ਦੱਸੇਗੀ ਕਿ ਰਿਲੇਸ਼ਨ ਬਿਟਵੀਨ ਦਾ ਇਨਫਲੇਸ਼ਨ ਐਂਡ ਅਨਇੰਪਲੋਇਮੈਂਟ, ਕਿ ਅਨਇੰਪਲੋਇਮੈਂਟ ਤੇ ਜਿਹੜਾ ਇਨਫਲੇਸ਼ਨ ਹੈ ਉਹਦੇ ਵਿੱਚ ਕੀ ਜਿਹੜਾ ਹੈ ਰਿਲੇਸ਼ਨ ਹੁੰਦਾ ਹੈ। ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਅਸੀਂ ਦੇਖਿਆ ਹੈ ਇਨਫਲੇਸ਼ਨ ਬਾਰੇ, ਇਨਫਲੇਸ਼ਨ ਦੀਆਂ ਜਿਹੜੀਆਂ ਡਿਫਰੈਂਟ ਜਿਹੜੇ ਹੈ ਰੀਜ਼ਨਸ ਕਾਜ਼ਸ ਉਹਨਾਂ ਦੀ ਗੱਲ ਕੀਤੀ ਆ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਸਾਡਾ 8th ਤੇ 7th ਯੂਨਿਟ ਸੀ ਉਹਦੇ ਵਿੱਚ ਇਹ ਜਿਹੜਾ ਹੈ ਇਨਫਲੇਸ਼ਨ ਉਹਦੀਆਂ ਜਿਹੜੀਆਂ ਟਾਈਪ ਸੀਗੀਆਂ, ਮੈਜ਼ਰਮੈਂਟ ਸੀਗਾ ਐਂਡ ਕਾਜ਼ਸ ਸੀਗੇ ਕਿ ਇਨਫਲੇਸ਼ਨ ਦੇ ਮੇਨ ਕਾਜ਼ਸ ਕੀ ਨੇ। ਤਾਂ ਇਨਫਲੇਸ਼ਨ ਆਪਾਂ ਨੇ ਦੇਖਿਆ ਸੀ ਕਿ ਕਿਹੜੀ ਸਿਚੁਏਸ਼ਨ ਹੈ ਜਿਹਦੇ ਵਿੱਚ ਜਿਹੜੀਆਂ ਪ੍ਰਾਈਸਿਸ ਨੇ ਆਪਣੀਆਂ ਕੀ ਹੁੰਦੀਆਂ ਨੇ, ਡੇ ਬਾਈ ਡੇ ਇਨਕਰੀਜ਼ਸ ਹੁੰਦੀਆਂ ਨੇ। ਗੁੱਡਸ ਐਂਡ ਸਰਵਿਸਿਜ਼ ਦੀਆਂ ਜਨਰਲ ਐਂਡ ਸਸਟੇਨ ਜਿਹੜਾ ਪ੍ਰਾਈਸ ਹੈ ਉਹ ਇਨਕਰੀਜ਼ ਹੁੰਦਾ ਹੈ। ਕਹਿੰਦੇ ਇਨਫਲੇਸ਼ਨ ਦੇ ਨਾਲ ਜਦੋਂ ਪ੍ਰਾਈਸਿਸ ਕਿਸੇ ਵੀ ਗੁੱਡਸ ਐਂਡ ਸਰਵਿਸਿਜ਼ ਦੀਆਂ ਇਨਕਰੀਜ਼ ਹੁੰਦੀਆਂ ਨੇ ਤਾਂ ਜਿਹੜੀ ਵੈਲਿਊ ਆਫ ਮਨੀ ਹੈ ਉਹ ਕੀ ਹੋਣ ਲੱਗ ਜਾਂਦੀ ਹੈ। ਇਨਫਲੇਸ਼ਨ ਦੇ ਕਰਕੇ ਵੈਲਿਊ ਆਫ ਮਨੀ ਡਿਕਰੀਜ਼ ਹੋਣ ਲੱਗ ਜਾਂਦੀ ਆ, ਜਿਹਦਾ ਰਿਜ਼ਲਟ ਕੀ ਹੁੰਦਾ ਕਿ ਆਪਣੀ ਜਿਹੜੀ ਪਰਚੇਸਿੰਗ ਪਾਵਰ ਹੈ ਉਹ ਡਾਊਨ ਹੋ ਜਾਂਦੀ ਹੈ, ਪਰਚੇਸਿੰਗ ਪਾਵਰ ਘਟ ਜਾਂਦੀ ਹੈ। ਜਿਵੇਂ ਕਿ ਫੋਰ ਐਗਜ਼ਾਮਪਲ ਪਹਿਲਾਂ ਮੇਰੇ ਕੋਲ 100 ਰੁਪੀਜ਼ ਸੀਗੇ, ਮੈਂ 100 ਰੁਪੀਜ਼ ਦੇ ਜਿਹੜੇ ਸੀਗੇ 10 ਬਿਸਕਿਟਸ ਦੇ ਪੈਕੇਟ ਬਾਈ ਕਰ ਸਕਦੀ ਸੀ। ਲੇਕਿਨ ਹੁਣ ਕੀ ਹੋਇਆ, ਬਿਸਕਿਟਸ ਦੇ ਪੈਕੇਟਸ ਦੇ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਹੋ ਗਿਆ, ਮੀਨਸ ਇਨਫਲੇਸ਼ਨ ਹੋਇਆ ਹੈ। ਜਿਹੜੇ ਪਹਿਲਾਂ 10 ਰੁਪੀਜ਼ ਦੇ ਸੀ ਹੁਣ ਉਹ 20 ਰੁਪੀਜ਼ ਦਾ ਬਿਸਕਿਟ ਦਾ ਪੈਕੇਟ ਹੋ ਗਿਆ। ਤਾਂ ਹੁਣ ਮੈਂ 100 ਰੁਪੀਜ਼ ਦੇ ਵਿੱਚ ਕੀ ਆ ਓਨਲੀ 5 ਬਿਸਕਿਟ ਦੇ ਪੈਕੇਟ ਆ ਜਿਹੜੇ ਉਹ ਬਾਏ ਕਰ ਸਕਦੀ ਆ। ਤਾਂ ਇਹਦੇ ਥਰੂ ਮੇਰੀ ਪਰਚੇਸਿੰਗ ਪਾਵਰ ਘਟੀ, ਕਿੱਥੇ 100 ਕਿੱਥੇ 5 ਬਿਸਕਿਟ ਦੇ ਪੈਕੇਟ ਮੈਨੂੰ ਹੁਣ ਮਿਲ ਰਹੇ ਨੇ ਪ੍ਰਾਈਸਿਸ ਇਨਕਰੀਜ਼ ਹੋਣ ਦੇ ਨਾਲ। ਦੂਸਰਾ ਕਹਿੰਦੇ ਕਿ ਵੈਲਿਊ ਆਫ ਮਨੀ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਆ। 10 ਦੀ ਵੈਲਿਊ 20 ਦੇ ਇਕੁਅਲ, ਮਤਲਬ 20 ਦੀ ਵੈਲਿਊ 10 ਦੇ ਇਕੁਅਲ ਹੋ ਜਾਂਦੀ ਹੈ। ਪਹਿਲਾਂ 10 ਦਾ ਇੱਕ ਬਿਸਕਿਟ ਦਾ ਪੈਕੇਟ ਹੁਣ 20 ਦਾ, ਇਟਸ ਮੀਨਸ ਮਨੀ ਦੀ ਵੈਲਿਊ ਡਿਕਰੀਜ਼ ਹੋਈ, ਆਪਣੀ ਪਰਚੇਸਿੰਗ ਪਾਵਰ ਹੈ ਜਿਹੜੀ ਉਹ ਵੀ ਡਿਕਰੀਜ਼ ਹੋ ਜਾਂਦੀ ਹੈ ਇਨਫਲੇਸ਼ਨ ਦੇ ਕਾਰਨ, ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਹੋਣ ਦੇ ਨਾਲ। ਕਹਿੰਦੇ ਇਨਕਰੀਜ਼ ਇਨ ਪ੍ਰਾਈਸ ਲੈਵਲ ਕਹਿੰਦੇ ਐਡਵਰਸਲੀ ਅਫੈਕਟ ਕਰਦਾ ਹੈ ਐਕਸਚੇਂਜ ਰੇਟ ਨੂੰ, BOP ਨੂੰ ਵੀ ਅਫੈਕਟ ਕਰਦਾ ਹੈ। ਕਹਿੰਦੇ ਮੇਨ ਕਹਿੰਦੇ ਵੇਰੀਅਸ ਫੈਕਟਰਸ ਨੇ ਜਿਹੜੇ ਇਨਫਲੇਸ਼ਨ ਦੇ ਕਾਜ਼ਸ ਨੇ, ਜਿਹਦੇ ਵਿੱਚ ਟੂ ਮੇਨ ਕਾਜ਼ਸ ਕੀ ਨੇ, ਇੱਕ ਤਾਂ ਡਿਮਾਂਡ ਪੁੱਲ ਇਨਫਲੇਸ਼ਨ ਹੈ, ਇੱਕ ਕਾਸਟ ਪੁਸ਼ ਇਨਫਲੇਸ਼ਨ ਹੈ। ਤੇ ਡਿਮਾਂਡ ਪੁੱਲ ਇਨਫਲੇਸ਼ਨ ਕੀ ਹੁੰਦਾ ਹੈ, ਉਹਦੇ ਵਿੱਚ ਮੇਨ ਕਾਜ਼ਸ ਹੁੰਦਾ ਹੈ ਡਿਮਾਂਡ ਦਾ ਇਨਕਰੀਜ਼ ਹੋਣਾ। ਕਹਿੰਦੇ ਜਦੋਂ ਮਨੀ ਦੀ ਸਪਲਾਈ ਇਨਕਰੀਜ਼ ਕਰਕੇ ਜਿਹੜੀ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਨਾਲੋਂ ਇਨਕਰੀਜ਼ ਹੋ ਜਾਂਦੀ ਆ, ਤਾਂ ਉਹਦੇ ਕਰਕੇ ਕੀ ਹੁੰਦਾ ਹੈ ਜਿਹੜੇ ਪ੍ਰਾਈਸਿਸ ਨੇ ਉਹ ਹਾਈ ਹੋ ਜਾਂਦੇ ਨੇ, ਕਿਉਂਕਿ ਆਪਾਂ ਜਿਹੜੀ ਸਪਲਾਈ ਹੈ ਗੁੱਡਸ ਦੀ ਉਹ ਐਨੀ ਇਨਕਰੀਜ਼ ਨਹੀਂ ਕਰ ਸਕਦੇ। ਫੁੱਲ ਇੰਪਲੋਇਮੈਂਟ ਦੀ ਜਿੱਥੇ ਸਿਚੁਏਸ਼ਨ ਹੁੰਦੀ ਹੈ ਉੱਥੋਂ ਤੱਕ ਇਕਨੋਮੀ ਕਹਿੰਦੇ ਪ੍ਰੋਡਕਸ਼ਨ ਨੂੰ ਪ੍ਰੋਡਿਊਸ ਕਰ ਸਕਦੀ ਆ ਜ਼ਿਆਦਾ, ਉਸ ਤੋਂ ਬਾਅਦ ਉਹ ਪ੍ਰੋਡਕਸ਼ਨ ਨੂੰ ਪ੍ਰੋਡਿਊਸ ਨਹੀਂ ਕਰ ਸਕਦੀ, ਸਪਲਾਈ ਆਪਣੀ ਕਾਨਸਟੈਂਟ ਹੋ ਜਾਂਦੀ ਆ। ਆਨਲੀ ਅਗਰ ਐਗਰੀਗੇਟ ਡਿਮਾਂਡ ਦੇ ਵਿੱਚ ਇਨਕਰੀਜ਼ ਹੁੰਦਾ ਤਾਂ ਸਿਰਫ ਜਿਹੜੀਆਂ ਪ੍ਰਾਈਸਿਸ ਨੇ ਉਹੀ ਕੀ ਹੋਣਗੀਆਂ, ਇਨਕਰੀਜ਼ ਹੋਣਗੀਆਂ। ਤੇ ਦੂਸਰਾ ਇਨਫਲੇਸ਼ਨ ਦਾ ਮੇਨ ਕਾਜ਼ ਇਹ ਸੀਗਾ ਕਾਸਟ ਪੁਸ਼ ਇਨਫਲੇਸ਼ਨ। ਤਾਂ ਕਾਸਟ ਪੁਸ਼ ਇਨਫਲੇਸ਼ਨ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਿਹੜੀ ਆਪਣੀ ਪ੍ਰੋਡਕਸ਼ਨ ਦੀ ਕਾਸਟ ਆ ਉਹ ਇਨਕਰੀਜ਼ ਹੋ ਜਾਂਦੀ ਸੀ। ਉਹਦੇ ਕਈ ਰੀਜ਼ਨਸ ਹੋ ਸਕਦੇ ਨੇ, ਜਿਵੇਂ ਕਿ ਵੇਜ ਇੰਡਿਊਸਡ ਇਨਫਲੇਸ਼ਨ ਹੋ ਗਿਆ, ਵੇਜਸ ਦਾ ਇਨਕਰੀਜ਼ ਹੋਣਾ, ਇਨਪੁਟਸ ਦਾ ਇਨਕਰੀਜ਼ ਹੋਣਾ, ਟੈਕਨੋਲੋਜੀ ਦਾ ਬੈਕਵਰਡ ਜਾਣਾ, ਠੀਕ ਹੈ। ਤਾਂ ਇਹ ਸਾਰੇ ਜਿਹੜੇ ਰੀਜ਼ਨਸ ਨੇ ਇਹਨਾਂ ਦੇ ਕਰਕੇ ਆਪਣੀ ਕਾਸਟ ਆਫ ਪ੍ਰੋਡਕਸ਼ਨ ਜ਼ਿਆਦਾ ਹੋਏਗੀ ਤੇ ਪ੍ਰੋਡਕਸ਼ਨ ਆਪਣੀ ਘਟੇਗੀ, ਜਿਹਦੇ ਥਰੂ ਕੀ ਆਪਣੀਆਂ ਜਿਹੜੀਆਂ ਪ੍ਰਾਈਸਿਸ ਨੇ ਉਹ ਡੇ ਬਾਈ ਡੇ ਇਨਕਰੀਜ਼ ਹੋਣਗੇ, ਕਿਉਂਕਿ ਕਾਸਟ ਇਨਕਰੀਜ਼ ਐਂਡ ਪ੍ਰਾਈਸਿਸ ਵੀ ਇਨਕਰੀਜ਼ ਹੋਣਗੇ। ਦਿਸ ਇਜ਼ ਦਾ ਕਾਸਟ ਪੁਸ਼ ਇਨਫਲੇਸ਼ਨ। ਤਾਂ ਕਹਿੰਦੇ ਟੂ ਮੇਨ ਰੀਜ਼ਨ ਸੀਗੇ। ਕਹਿੰਦੇ ਤਦ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਆਪਣਾ ਇਨਫਲੇਸ਼ਨ ਹੈ ਇਹ ਆਪਣਾ ਸੋਸ਼ਲ ਇਸ਼ੂ ਵੀ ਹੈ, ਸੋਸ਼ਲ ਇੰਡੀਵਿਜੂਅਲ ਦੇ ਨਾਲ ਨਾਲ, ਕਿਉਂਕਿ ਪੂਰੀ ਸੁਸਾਇਟੀ ਨੂੰ ਕਹਿੰਦੇ ਇਸ ਦਾ ਜਿਹੜਾ ਹੈ ਨੁਕਸਾਨ ਹੁੰਦਾ ਹੈ। ਕਿਉਂਕਿ ਜਿਹੜੀ ਅਨਇੰਪਲੋਇਮੈਂਟ ਆ, ਅਨਇੰਪਲੋਇਮੈਂਟ ਵੀ ਇਨਫਲੇਸ਼ਨ ਇਨਕਰੀਜ਼ ਹੋਣ ਦੇ ਕਰਕੇ ਕੀ ਹੁੰਦੀ ਆ, ਅਨਇੰਪਲੋਇਮੈਂਟ ਤੇ ਵੀ ਫਰਕ ਪੈਂਦਾ ਹੈ। ਅਗਰ ਇਨਫਲੇਸ਼ਨ ਇਨਕਰੀਜ਼ ਹੋ ਜਾਂਦਾ ਹੈ ਜਾਂ ਡਿਫਲੇਸ਼ਨ ਹੋ ਜਾਂਦਾ ਹੈ ਤਾਂ ਅਨਇੰਪਲੋਇਮੈਂਟ ਇਨਕਰੀਜ਼ ਡਿਕਰੀਜ਼ ਹੁੰਦੀ ਆ। ਤਾਂ ਆਪਾਂ ਅੱਜ ਇਨਫਲੇਸ਼ਨ ਤੇ ਇੰਪਲੋਇਮੈਂਟ ਤੇ ਅਨਇੰਪਲੋਇਮੈਂਟ ਦੀ ਗੱਲ ਕਰਾਂਗੇ ਵਿਦ ਦਾ ਹੈਲਪ ਆਫ ਫਿਲਿਪਸ ਕਰਵ। ਤੇ ਉਸ ਤੋਂ ਬਾਅਦ ਕੀ ਆ, ਕਹਿੰਦੇ ਇਕਨੋਮਿਕ ਇੰਪਲੀਕੇਸ਼ਨਸ ਫॉर ਪੀਪਲਸ ਦੇ ਵਿੱਚ ਅਨਇੰਪਲੋਇਮੈਂਟ ਕਿਹੜੀ ਸਿਚੁਏਸ਼ਨ ਹੁੰਦੀ ਹੈ। ਤੁਹਾਨੂੰ ਪਤਾ ਹੈ ਕਿ ਅਨਇੰਪਲੋਇਮੈਂਟ ਉਹ ਸਿਚੁਏਸ਼ਨਸ ਹੁੰਦੀ ਆ ਕਹਿੰਦੇ ਹੈਲਦੀ ਪਰਸਨਸ ਦੀ, ਜਿਹਦੇ ਵਿੱਚ ਕਹਿੰਦੇ ਜਿਹੜਾ ਪਰਸਨਸ ਵਿਲਿੰਗ ਹੁੰਦਾ ਵਰਕ ਦੇ ਲਈ, ਉਹ ਵਰਕ ਕਰਨਾ ਚਾਹੁੰਦਾ ਹੈ ਬਟ ਕਹਿੰਦੇ ਉਹਨੂੰ ਪ੍ਰਵਿਲਿੰਗ ਵੇਜ ਰੇਟ ਤੇ ਵਰਕ ਨਹੀਂ ਮਿਲਦਾ। ਜੋ ਵੀ ਵੇਜਿਸ ਰੇਟ ਦਿੱਤੀਆਂ ਜਾਂਦੀਆਂ ਨੇ ਪ੍ਰੈਜ਼ੈਂਟ ਟਾਈਮ, ਉਹ ਉਹਨਾਂ ਦੇ ਕੰਮ ਕਰਨ ਦੇ ਲਈ ਤਿਆਰ ਹੈ ਲੇਕਿਨ ਉਹਨੂੰ ਕੰਮ ਨਹੀਂ ਮਿਲਦਾ, ਦੈਟ ਇਜ਼ ਕਾਲਡ ਅਨਇੰਪਲੋਇਡ। ਤਾਂ ਆਪਾਂ ਕਹਿ ਸਕਦੇ ਕਿ ਉਹ ਅਨਇੰਪਲੋਇਡ ਹੈ।
ਕਹਿੰਦੇ ਇਟ ਇਜ਼ ਨਾਟ ਰਿਜ਼ਲਟ ਇਨ ਲਾਸ ਆਫ ਇਨਕਮ ਟੂ ਦਾ ਫੈਮਿਲੀ। ਕਹਿੰਦੇ ਇਹਦੇ ਥਰੂ ਅਗਰ ਪੀਪਲ ਇੱਕ ਅਨਇੰਪਲੋਇਡ ਹੁੰਦਾ ਤਾਂ ਉਹਨੂੰ ਇਨਕਮ ਦਾ ਕੋਈ ਸੋਰਸ ਨਹੀਂ ਹੁੰਦਾ, ਇੱਕ ਤਾਂ ਫੈਮਿਲੀ ਨੂੰ ਕੀ ਹੁੰਦਾ ਹੈ ਆਪਣੀ ਇਨਕਮ ਦਾ ਲਾਸ ਹੁੰਦਾ ਹੈ। ਐਂਡ ਕਹਿੰਦੇ ਪਰਸਨਸ ਕੀ ਆ ਮੋਰਲ ਵੈਲਿਊ ਵੀ ਪਰਸਨਸ ਦੀ ਡਾਊਨ ਹੋ ਜਾਂਦੀ, ਕਿਉਂਕਿ ਹਰ ਕੋਈ ਕਹਿੰਦਾ ਕਿ ਇਹ ਪਰਸਨ ਫ੍ਰੀ ਹੈ, ਇਹ ਕੋਈ ਵਰਕ ਨਹੀਂ ਕਰਦਾ, ਕੋਈ ਕੰਮ ਨਹੀਂ ਕਰਦਾ, ਇਨਕਮ ਦਾ ਸੋਰਸ ਨਹੀਂਗਾ, ਸਿਰਫ ਇਹ ਕਹਿੰਦਾ ਕੰਜ਼ੰਪਸ਼ਨ ਕਰਦਾ ਹੈ, ਦੂਸਰੇ ਫੈਮਿਲੀ ਮੈਂਬਰਸ ਤੇ ਡਿਪੈਂਡ ਰਹਿੰਦਾ ਹੈ। ਕਹਿੰਦੇ ਤਦ ਇੱਕ ਤੇ ਇਨਕਮ ਦਾ ਲਾਸ ਨਾਲ ਨਾਲ ਮੋਰਲ ਵੈਲਿਊਜ਼ ਵੀ ਕਹਿੰਦੇ ਡਾਊਨ ਹੁੰਦੀਆਂ ਨੇ ਅਗਰ ਅਨਇੰਪਲੋਇਡ ਹੈ ਕੋਈ ਪਰਸਨ। ਤੇ ਜਿਹੜੇ ਐਗਰੀਗੇਟ ਲੈਵਲ ਹੈ ਆਪਣੀ ਪ੍ਰੋਡਕਸ਼ਨ ਦਾ, ਇਕੋਨਮੀ ਨੂੰ ਵੀ ਲਾਸ ਹੈ, ਇੰਡੀਵਿਜੂਅਲ ਤੋਂ ਬਾਅਦ ਇਕੋਨਮੀ ਨੂੰ ਕੀ ਲਾਸ ਹੈ ਕਿ ਜਿਹੜੀ ਆਪਣੀ ਐਗਰੀਗੇਟ ਡਿਮਾਂਡ ਆ ਉਹ ਡਿਕਰੀਜ਼ ਹੁੰਦੀ ਹੈ, ਕਿਉਂਕਿ ਅਗਰ ਕਹਿੰਦੇ ਹਿਊਮਨ ਦਾ ਲਾਸ ਹੋਏਗਾ, ਹਿਊਮਨ ਰਿਸੋਰਸਿਸ ਨੂੰ ਕਹਿੰਦੇ ਯੂਜ਼ ਕੀਤਾ ਜਾਂਦਾ ਫॉर ਦਾ ਪ੍ਰੋਡਕਸ਼ਨਸ। ਕਹਿੰਦੇ ਹਿਊਮਨਸ ਦੀ ਲੈਸ ਡਿਮਾਂਡ ਹੋਏਗੀ ਤਾਂ ਹਿਊਮਨਸ ਦੀ ਵੈਲਿਊਏਬਲ ਜਦੋਂ ਲਾਸ ਹੋਏਗਾ ਹਿਊਮਨ ਦੀ ਵੈਲਿਊ ਦਾ, ਤਦ ਕਹਿੰਦੇ ਕਿ ਆਪਣੀ ਐਗਰੀਗੇਟ ਡਿਮਾਂਡ ਵੀ ਕੀ ਹੋਏਗੀ, ਡਿਕਰੀਜ਼ ਹੋਏਗੀ। ਤੇ the subsidies of unemployed persons could have been productivity utilized in the production of goods and services। ਜੋ ਇਹ ਕਹਿੰਦੇ ਆਪਾਂ ਯੂਟਿਲਾਈਜ਼ਡ ਕਰਦੇ ਹਾਂ ਹਿਊਮਨ ਰਿਸੋਰਸਿਸ ਨੂੰ ਫॉर ਦਾ ਪ੍ਰੋਡਕਸ਼ਨਸ ਆਪਾਂ ਯੂਜ਼ ਨਹੀਂ ਕਰਾਂਗੇ ਤਾਂ ਜਿਹੜੀ ਇਹਦੀ ਕਪੈਸਿਟੀ ਪਾਵਰ ਹੈ ਡਿਕਰੀਜ਼ ਹੋਏਗੀ, ਮੀਨਸ ਪ੍ਰੋਡਕਸ਼ਨ ਆਪਣੀ ਡਿਕਰੀਜ਼ ਹੋਏਗੀ। ਇਨਫੈਕਟ ਕਹਿੰਦੇ ਇਨਫਲੇਸ਼ਨ ਐਂਡ ਅਨਇੰਪਲੋਇਮੈਂਟਸ are considered to be two important evils of society। ਤੁਹਾਨੂੰ ਪਤਾ ਹੈ ਕਿ ਮੋਸਟਲੀ ਜਿਹੜੀ ਆਪਣੀ ਸੋਸਾਇਟੀ ਹੈ ਜਾਂ ਆਪਣੀ ਇਕਨੋਮਿਕ ਪੋਜੀਸ਼ਨ ਹੈ ਉਹ ਇਨਫਲੇਸ਼ਨ ਐਂਡ ਜਿਹੜੀ ਅਨਇੰਪਲੋਇਮੈਂਟ ਹੈ ਉਸ ਤੇ ਵੀ ਡਿਪੈਂਡ ਕਰਦੀ ਹੁੰਦੀ ਆ। ਕਹਿੰਦੇ ਤੇ ਜਿਹੜਾ ਇਹ ਆਪਣੇ ਇਨਫਲੇਸ਼ਨ ਤੇ ਅਨਇੰਪਲੋਇਮੈਂਟ ਆ ਇਹ ਮੋਰ ਸੀਰੀਅਸ ਇਸ਼ੂਜ਼ ਨੇ ਆਪਣੇ ਇਕੋਨਮੀ ਦੇ ਵਿੱਚ। ਕਹਿੰਦੇ ਜਿਹੜੀਆਂ ਇਹਨਾਂ ਨਾਲ ਰਿਲੇਟਡ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਨਾਲ ਸੋਸ਼ਲ ਸਟ੍ਰੈਸ ਵੀ ਹੁੰਦਾ ਹੈ ਐਂਡ ਪੋਲੀਟੀਕਲ ਇਨਸਟੇਬਿਲਿਟੀ ਵੀ ਰਹਿੰਦੀ ਆ ਕੰਟਰੀ ਦੇ ਵਿੱਚ। ਠੀਕ ਹੈ, ਪੋਲੀਟੀਕਲ ਪਾਰਟੀਜ਼ ਕਹਿੰਦੇ ਇੱਕ ਦੂਸਰੇ ਨੂੰ ਕੀ ਕਰਦੀਆਂ ਨੇ, ਜਿਵੇਂ ਕਿ ਤੁਸੀਂ ਦੇਖਿਆ ਕਿ ਅਨਇੰਪਲੋਇਮੈਂਟ ਨਹੀਂ ਮਿਲਾ, ਲੋਕ ਬੇਰੁਜ਼ਗਾਰ ਨੇ, ਇੰਪਲੋਇਮੈਂਟ ਇਨਕਰੀਜ਼ ਕੀਤੀ ਜਾਵੇ। ਜੇ ਸੋਸ਼ਲ ਕ੍ਰਾਈਸਿਸ ਆ ਗਏ ਜਿਵੇਂ ਕਿ ਆਪਣੇ ਜੋ ਪਰਚੇਸਿੰਗ ਪਾਵਰ ਹੈ ਘਟਦੀ ਆ, ਉਹਦੇ ਨਾਲ ਕਰਪਸ਼ਨ ਆ ਜਾਂਦੀ ਆ, ਜਾਂ ਫਿਰ ਕਹਿੰਦੇ ਕੀ ਆ ਆਪਣਾ ਥੈਫਟ ਆਇਆ ਚੋਰੀ ਕਰਨੀ ਸਟਾਰਟ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਸ਼ਲ ਈਵਲਸ ਨੇ ਕਹਿੰਦੇ ਤੇ ਸੋਸ਼ਲ ਸਟ੍ਰੈਸ ਨੇ ਉਹ ਇਨਕਰੀਜ਼ ਹੋ ਜਾਂਦੇ ਨੇ, ਜੋ ਕਿ ਕਿਸ ਦੇ ਨਾਲ ਰਿਲੇਟਡ ਨੇ, ਇਨਫਲੇਸ਼ਨ ਤੇ ਅਨਇੰਪਲੋਇਮੈਂਟ ਦੇ ਨਾਲ ਰਿਲੇਟਡ ਨੇ। ਕਹਿੰਦੇ economists have long been intrigued by the relationship between the inflation and unemployment। ਤਦ ਕਹਿੰਦੇ ਜਿਹੜੀ ਆਪਣੀ ਜਿਹੜੇ ਇਕੋਨੋਮਿਸਟ ਨੇ ਉਹਨਾਂ ਨੇ ਫਿਲਿਪਸ ਕਰਵ ਦੇ ਯੂਜ਼ ਦੇ ਨਾਲ ਇਨਫਲੇਸ਼ਨ ਤੇ ਅਨਇੰਪਲੋਇਮੈਂਟ ਦਾ ਰਿਲੇਸ਼ਨ ਦੱਸਿਆ ਹੈ ਕਿ ਕੀ ਹੁੰਦਾ ਇਹਨਾਂ ਦੇ ਵਿੱਚ। ਕਹਿੰਦੇ ਕਲਾਸਿਕਲ ਜਿਹੜੇ ਇਕੋਨੋਮਿਸਟ ਨੇ advocated independence of real sectors from the monetary sectors till unemployment is the real variables inflation pertains to the monetary sector। ਕਹਿੰਦੇ ਅਨਇੰਪਲੋਇਮੈਂਟ ਕਹਿੰਦੇ ਮੋਸਟਲੀ ਇਨਫਲੇਸ਼ਨ ਤੇ ਡਿਪੈਂਡ ਕਰਦਾ ਹੈ ਕਿ ਇਨਫਲੇਸ਼ਨ ਹੈ ਜਾਂ ਡਿਫਲੇਸ਼ਨ ਹੈ। ਕਲਾਸਿਕਲ ਇਕੋਨੋਮਿਸਟ ਕੁਡ ਨਾਟ ਵਿਜ਼ੂਅਲਾਈਜ਼ ਅ ਰਿਲੇਸ਼ਨਸ਼ਿਪ ਬਿਟਵੀਨ ਦਾ ਇਨਫਲੇਸ਼ਨ ਐਂਡ ਅਨਇੰਪਲੋਇਮੈਂਟ। ਕਹਿੰਦੇ ਮੋਸਟਲੀ ਕਲਾਸਿਕਲ ਇਕੋਨੋਮਿਸਟ ਨੇ ਕਹਿੰਦੇ ਇਹ ਵਿਜ਼ੂਅਲਾਈਜ਼ ਨਹੀਂ ਸੀ ਕੀਤਾ ਕਿ ਇਨਫਲੇਸ਼ਨ ਤੇ ਅਨਇੰਪਲੋਇਮੈਂਟ ਦੇ ਵਿੱਚ ਕੀ ਰਿਲੇਸ਼ਨ ਹੈ। ਕਹਿੰਦੇ ਕਲਾਸਿਕਲ ਇਕੋਨੋਮਿਸਟ ਕੀ ਕਹਿੰਦੇ ਨੇ, ਐਨ ਇਨਕਰੀਜ਼ ਇਨ ਮਨੀ ਸਪਲਾਈ ਵਿਲ ਲੀਡ ਟੂ ਐਨ ਇਨਕਰੀਜ਼ ਇਨ ਪ੍ਰਾਈਸ ਲੈਵਲ। ਕਲਾਸਿਕਲ ਇਕੋਨੋਮਿਸਟ ਦਾ ਕਹਿਣਾ ਹੈ ਕਿ ਅਗਰ ਆਪਾਂ ਆਪਣੀ ਇਕੋਨਮੀ ਦੇ ਵਿੱਚ ਮਨੀ ਦੀ ਸਪਲਾਈ ਇਨਕਰੀਜ਼ ਕਰਦੇ ਆ ਵਿਦ ਦ ਹੈਲਪ ਆਫ ਮੋਨੇਟਰੀ ਸਿਸਟਮ, ਕਿਉਂਕਿ ਜਿਹੜੀ ਮੋਨੇਟਰੀ ਪਾਲਿਸੀ ਆ ਉਹਦੇ ਥਰੂ ਮਨੀ ਦੀ ਸਪਲਾਈ ਤੇ ਕੰਟਰੋਲ ਕੀਤਾ ਜਾਂਦਾ ਹੈ, ਇਨਕਰੀਜ਼ ਤੇ ਡਿਕਰੀਜ਼ ਕੀਤੀ ਜਾਂਦੀ ਹੈ ਵਿਦ ਦ ਹੈਲਪ ਆਫ ਕਮਰਸ਼ੀਅਲ ਬੈਂਕਸ ਐਂਡ ਆਰਬੀਆਈ। ਜਦੋਂ ਕਹਿੰਦੇ ਆਪਣੀ ਜਿਹੜੀ ਮੋਨੇਟਰੀ ਪਾਲਿਸੀ ਦੇ ਥਰੂ ਮਨੀ ਦੀ ਸਪਲਾਈ ਇਨਕਰੀਜ਼ ਕੀਤੀ ਜਾਂਦੀ ਹੈ ਇਕੋਨਮੀ ਦੇ ਵਿੱਚ, ਤਾਂ ਇਹਦੇ ਨਾਲ ਕੀ ਹੁੰਦਾ ਹੈ, ਆਪਣੀ ਜਿਹੜੀ ਕੁਆਂਟੀਟੀ ਆਫ ਮਨੀ ਆ ਇਕੋਨਮੀ ਦੇ ਵਿੱਚ ਇਨਕਰੀਜ਼ ਹੋ ਗਈ, ਜਿਹਦੇ ਨਾਲ ਕੀ ਆ ਆਪਣੀ ਜਿਹੜੀ ਐਗਰੀਗੇਟ ਡਿਮਾਂਡ ਹੈ ਉਹ ਇਨਕਰੀਜ਼ ਹੋ ਜਾਂਦੀ ਆ, ਲੇਕਿਨ ਜਿਹੜੀ ਆਪਣੀ ਆਊਟਪੁੱਟ ਹੈ ਉਹ ਅਨਚੇਂਜਡ ਰਹਿੰਦੀ ਹੈ। ਕਿਉਂਕਿ ਕਲਾਸਿਕਲਸ ਦਾ ਵਿਊ ਹੈ ਕਿ ਇਕੋਨਮੀ ਦੇ ਵਿੱਚ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਤੱਕ ਆਪਾਂ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ। ਅਗਰ ਇਕੋਨਮੀ ਦੇ ਵਿੱਚ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਹੈ ਤਾਂ ਆਪਾਂ ਪ੍ਰੋਡਕਸ਼ਨ ਨੂੰ ਇਨਕਰੀਜ਼ ਨਹੀਂ ਕਰ ਸਕਦੇ। ਤਾਂ ਇਟਸ ਮੀਨਸ ਕਲਾਸਿਕਲਸ ਕਹਿੰਦੇ ਨੇ ਕਿ ਪ੍ਰੋਡਕਸ਼ਨ ਆਪਣੀ ਅਨਚੇਂਜਡ ਰਹਿੰਦੀ ਆ, ਸਪਲਾਈ ਆਪਣੀ ਕਨਸਟੈਂਟ ਰਹਿੰਦੀ ਆ ਲੌਂਗ ਰਨ ਦੇ ਵਿੱਚ, ਲੇਕਿਨ ਓਨਲੀ ਜਿਹੜੀ ਐਗਰੀਗੇਟ ਡਿਮਾਂਡ ਆ ਉਹ ਇਨਕਰੀਜ਼ ਹੁੰਦੀ ਹੈ, ਕਿਉਂਕਿ ਮੋਨੇਟਰੀ ਪਾਲਿਸੀ ਦੇ ਥਰੂ ਜਿਹੜੀ ਮਨੀ ਦੀ ਸਪਲਾਈ ਆ ਉਹ ਕੀ ਹੁੰਦੀ ਆ, ਇਨਕਰੀਜ਼ ਹੁੰਦੀ ਆ। ਤਦ ਕਹਿੰਦੇ ਮਨੀ ਦੀ ਸਪਲਾਈ ਇਨਕਰੀਜ਼ ਹੋਣ ਕਰਕੇ ਆਪਣੀ ਵੇਜ ਰੇਟ ਫਲੈਕਸੀਬਿਲਿਟੀ ਵੀ ਆਉਂਦੀ ਆ, ਕਿਉਂਕਿ ਵੇਜ ਰੇਟ ਦੇ ਵਿੱਚ ਜੋ ਰੂਲ ਬਣਿਆ ਰਹਿੰਦਾ, ਕਹਿੰਦੇ ਪਰਸਨਸ ਦੀ ਪੋਸੀਬਿਲਿਟੀ ਹੁੰਦੀ ਆ ਜੋ ਲੇਬਰ ਕਲਾਸ ਹੈ ਕਿ ਕਿੱਥੋਂ ਤੱਕ ਆਪਣੇ ਵੇਜਿਸ ਨੂੰ ਇਨਕਰੀਜ਼ ਕਰ ਸਕਦੇ ਨੇ, ਕਿਉਂਕਿ ਜਿਹੜੇ ਇੰਪਲੋਇਡ ਵਰਕਰਸ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਨਫਲੇਸ਼ਨ ਹੈ ਤਾਂ ਇਟਸ ਮੀਨਸ ਪ੍ਰਾਈਸਿਸ ਹਾਈ ਹੋ ਰਹੇ ਨੇ, ਪਰਚੇਸਿੰਗ ਪਾਵਰ ਘਟ ਰਹੀ ਆ ਤੇ ਪ੍ਰੋਫਿਟਸ ਨੇ ਜੋ ਜ਼ਿਆਦਾ ਹੋ ਰਹੇ ਨੇ ਆਪਣੇ ਪ੍ਰੋਡਿਊਸਰਸ ਨੂੰ। ਤਦ ਕਹਿੰਦੇ ਉਹ ਵੇਜ ਰੇਟ ਦੇ ਰੂਲ ਦੇ ਅਕੋਰਡਿੰਗ ਵੇਜ ਰੇਟ ਨੂੰ ਇਨਕਰੀਜ਼ ਕਰਨ ਦੀ ਗੱਲ ਕਰਦੇ ਨੇ।
ਤਾਂ ਫਿਰ ਕੀ ਹੁੰਦਾ, ਜਦੋਂ ਵੇਜ ਰੇਟ ਇਨਕਰੀਜ਼ ਹੁੰਦਾ ਤਾਂ ਦੂਸਰੀ ਤਰਫ ਜਿਹੜੀ ਹੈ ਕਾਸਟ ਆਫ ਪ੍ਰੋਡਕਸ਼ਨ ਵੀ ਵੱਧ ਜਾਂਦੀ ਹੈ ਲੌਂਗ ਰਨ ਦੇ ਵਿੱਚ, ਠੀਕ ਹੈ। ਤੇ ਜਿਹੜੀ ਹੈ ਆਪਣੀ ਲੇਬਰ ਦੀ ਡਿਮਾਂਡ ਵੀ ਡਿਕਰੀਜ਼ ਹੋ ਜਾਂਦੀ ਹੈ, ਜਿਹਦੇ ਕਰਕੇ ਜਿਹੜੀ ਅਨਇੰਪਲੋਇਮੈਂਟ ਉਹ ਕੀ ਹੋ ਜਾਂਦੀ ਹੈ, ਹੋਰ ਜ਼ਿਆਦਾ ਇਨਕਰੀਜ਼ ਹੋ ਜਾਂਦੀ ਹੈ। ਮੀਨਸ ਟ੍ਰਾਂਸਟਰੀ ਇਸ਼ੂ ਨੇ ਜਿਹੜੇ ਉਹ ਕ੍ਰੀਏਟ ਹੋ ਜਾਂਦੇ ਨੇ। ਤਾਂ ਕੇਨਸ ਦਾ ਕੀ ਕਹਿਣਾ ਹੈ ਦੂਸਰੀ ਤਰਫ, ਕਹਿੰਦੇ ਕੇਨਸ ਨੇ ਸੁਜੈਸਟ ਕੀਤਾ ਹੈ ਕਿ ਮੋਨੇਟਰੀ ਵੇਰੀਏਬਲਸ ਹੈਵ ਰੀਅਲ ਇੰਪਲੀਕੇਸ਼ਨਸ ਟ੍ਰਾਂਸਮਿਸ਼ਨਸ ਮੈਕੈਨਿਜ਼ਮ ਸੁਜੈਸਟ ਬਾਈ ਹਿਮ। ਉਹਨਾਂ ਨੇ ਟ੍ਰਾਂਜੀਸ਼ਨਸ ਜਿਹੜਾ ਮੈਕੈਨਿਜ਼ਮ ਹੈ ਉਹ ਇੱਥੇ ਯੂਜ਼ ਕੀਤਾ, ਉਹਨਾਂ ਨੇ ਕਿਹਾ ਸੀ ਕਿ ਆਪਾਂ ਨੂੰ ਫੋਲੋ ਕਰਨਾ ਚਾਹੀਦਾ ਹੈ। ਉਹ ਕਹਿੰਦੇ ਜਦੋਂ ਮਨੀ ਸਪਲਾਈ ਇਨਕਰੀਜ਼ਸ ਹੁੰਦੀ ਹੈ ਦੇयर ਇਜ਼ ਅ ਡਿਕਲਾਈਨ ਇਨ ਰੇਟ ਆਫ ਇੰਟਰਸਟ। ਤੁਸੀਂ ਦੇਖੀ ਹੈ ਕਿ ਮੋਨੇਟਰੀ ਪਾਲਿਸੀ ਦੇ ਥਰੂ ਜਦੋਂ ਚੀਪ ਮਨੀ ਪਾਲਿਸੀ ਯੂਜ਼ ਕੀਤੀ ਜਾਂਦੀ ਹੈ, ਮੀਨਸ ਆਪਣੀ ਜਿਹੜੀ ਹੈ ਮਨੀ ਦੀ ਸਪਲਾਈ ਜ਼ਿਆਦਾ ਕੀਤੀ ਜਾਂਦੀ ਹੈ, ਉਦੋਂ ਹੀ ਮਨੀ ਦੀ ਸਪਲਾਈ ਜ਼ਿਆਦਾ ਹੁੰਦੀ ਹੈ ਜਦੋਂ ਰੇਟ ਆਫ ਇੰਟਰਸਟ ਕੀ ਹੁੰਦਾ ਹੈ, ਘੱਟ ਹੁੰਦਾ ਹੈ। ਕਹਿੰਦੇ ਲੋਅਰ ਰੇਟ ਆਫ ਇੰਟਰਸਟ ਲੀਡਸ ਟੂ ਇਨਕਰੀਜ਼ਿੰਗ ਇਨਵੈਸਟਮੈਂਟ। ਅਗਰ ਕਹਿੰਦੇ ਲੋਅਰ ਰੇਟ ਆਫ ਇੰਟਰਸਟ ਹੋਏਗਾ ਤਾਂ ਇੱਕ ਪਾਸੇ ਜਿਹੜੀ ਐਗਰੀਗੇਟ ਡਿਮਾਂਡ ਆ ਉਹ ਇਨਕਰੀਜ਼ ਹੋਏਗੀ, ਦੂਸਰੀ ਤਰਫ ਕਹਿੰਦੇ ਇਨਵੈਸਟਮੈਂਟ ਵੀ ਇਨਕਰੀਜ਼ ਹੋਏਗੀ। ਪ੍ਰੋਡਿਊਸਰਸ ਨੇ ਜਿਹੜੇ ਆਪਣੇ ਫਰਮਸ ਨੇ ਜਿਹੜੀਆਂ ਉਹ ਪ੍ਰੋਫਿਟ ਗੇਨ ਕਰਨ ਦੇ ਲਈ ਜਿਹੜਾ ਹੈ ਲੋਨ ਜ਼ਿਆਦਾ ਲੈਣਗੇ, ਤੇ ਰੇਟ ਆਫ ਇੰਟਰਸਟ ਕਿਉਂਕਿ ਘੱਟ ਹੈ ਤਾਂ ਫਿਰ ਕਹਿੰਦੇ ਇਨਵੈਸਟਮੈਂਟ ਜ਼ਿਆਦਾ ਹੋਏਗੀ, ਜਿਹਦੇ ਥਰੂ ਐਨ ਇਨਕਰੀਜ਼ ਇਨਵੈਸਟਮੈਂਟ ਲੀਡ ਟੂ ਐਨ ਇਨਕਰੀਜ਼ ਇਨ ਇੰਪਲੋਇਮੈਂਟ ਐਂਡ ਆਊਟਪੁੱਟ। ਤਾਂ ਕਹਿੰਦੇ ਜਦੋਂ ਇਨਵੈਸਟਮੈਂਟ ਇਨਕਰੀਜ਼ ਹੋਏਗੀ ਤਾਂ ਇਟਸ ਮੀਨਸ ਜਿਹੜੀ ਹੈ ਲੇਬਰ ਦੀ ਡਿਮਾਂਡ ਉਹ ਵੀ ਜ਼ਿਆਦਾ ਹੋਏਗੀ, ਠੀਕ ਹੈ। ਤਾਂ ਇੰਪਲੋਇਮੈਂਟ ਵੀ ਇਨਕਰੀਜ਼ ਹੋਏਗੀ ਤੇ ਜਿਹੜੀ ਪ੍ਰੋਡਕਸ਼ਨ ਹੈ ਉਹ ਵੀ ਕੀ ਹੋਏਗੀ, ਇਨਕਰੀਜ਼ ਹੋਏਗੀ। ਮਤਲਬ ਉਹਨਾਂ ਨੇ ਪੋਜ਼ਿਟਿਵ ਇਫੈਕਟ ਦੱਸੇ ਮਨੀ ਸਪਲਾਈ ਦਾ ਕਿ ਸ਼ਾਰਟ ਰਨ ਦੇ ਵਿੱਚ ਕੀ ਹੈ, ਅਗਰ ਮਨੀ ਦੀ ਸਪਲਾਈ ਇਨਕਰੀਜ਼ ਹੈ ਤਾਂ ਐਗਰੀਗੇਟ ਡਿਮਾਂਡ ਦੇ ਨਾਲ ਨਾਲ ਜਿਹੜੀ ਆਪਣੀ ਹੈ ਇਨਵੈਸਟਮੈਂਟ ਉਹ ਵੀ ਇਨਕਰੀਜ਼ ਹੋਏਗੀ, ਤੇ ਇਨਵੈਸਟਮੈਂਟ ਦੇ ਥਰੂ ਲੇਬਰ ਦੀ ਡਿਮਾਂਡ ਇਨਕਰੀਜ਼ ਹੋਏਗੀ, ਜਿਹਦੇ ਥਰੂ ਕੀ ਆ ਇੰਪਲੋਇਮੈਂਟ ਵੀ ਇਨਕਰੀਜ਼ ਹੋਏਗੀ, ਤੇ ਆਊਟਪੁੱਟ ਹੈ ਜਿਹੜੀ ਉਹ ਵੀ ਕੀ ਹੋਏਗੀ, ਇਨਕਰੀਜ਼ ਹੋਏਗੀ। ਤਾਂ ਇਹ ਕੇਨਸ ਕਹਿੰਦੇ ਨੇ। ਤੇ ਉਸ ਤੋਂ ਬਾਅਦ ਮਾਈਕਰੋ ਇਕਨੋਮਿਕਸ ਦੇ ਵਿੱਚ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਲੇਬਰ ਦੀ ਜਿਹੜੀ ਡਿਮਾਂਡ ਹੈ ਉਹ ਫਰਮਸ ਦੇ ਦੁਆਰਾ ਹੁੰਦੀ ਆ। ਕਿਸ ਚੀਜ਼ ਦੇ ਲਈ ਲੇਬਰ ਦੀ ਡਿਮਾਂਡ ਕਰਦੀਆਂ ਨੇ ਫਰਮਸ, ਵੀ ਆਪਾਂ ਇੰਪਲੋਇਮੈਂਟ ਦੀ ਗੱਲ ਕਰ ਰਹੇ ਹਾਂ ਤਾਂ ਇੰਪਲੋਇਮੈਂਟ ਫੁੱਲ ਇੰਪਲੋਇਮੈਂਟ ਉੱਥੇ ਹੁੰਦੀ ਹੈ ਜਿੱਥੇ ਲੇਬਰ ਦੀ ਡਿਮਾਂਡ ਤੇ ਲੇਬਰ ਦੀ ਸਪਲਾਈ ਕੀ ਹੁੰਦੀ ਹੈ, ਇਕੁਅਲ ਹੁੰਦੀ ਆ। ਤਾਂ ਹੁਣ ਇੱਥੇ ਵੇਜ ਰੇਟ ਦੇ ਨਾਲ ਲੇਬਰ ਦੀ ਡਿਮਾਂਡ ਤੇ ਲੇਬਰ ਦਾ ਸਪਲਾਈ ਦਾ ਕੀ ਰਿਲੇਸ਼ਨ ਹੈ, ਆਪਾਂ ਨੇ ਮਾਈਕਰੋ ਇਕਨੋਮਿਕਸ ਦੇ ਵਿੱਚ ਪੜ੍ਹਿਆ ਹੈ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਜਿਹੜੀ ਆਪਣੀ ਲੇਬਰ ਹੈ ਉਹਦੀ ਕੰਟਰੀਬਿਊਸ਼ਨ ਹੁੰਦੀ ਆ ਗੁੱਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਦੇ ਲਈ। ਆਪਾਂ ਫਰਮਸ ਪ੍ਰੋਡਿਊਸਰ ਦੇ ਦੁਆਰਾ ਲੇਬਰ ਦੀ ਡਿਮਾਂਡ ਕੀਤੀ ਜਾਂਦੀ ਹੈ ਤਾਂ ਜੋ ਗੁੱਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕੇ। ਕਹਿੰਦੇ ਕੰਟਰੀਬਿਊਸ਼ਨ ਲੇਬਰ ਇਜ਼ ਰਿਵਾਰਡ ਵਿਦ ਵੇਜਿਸ, ਕਹਿੰਦੇ ਲੇਬਰ ਨੂੰ ਉਸਦੇ ਬਦਲੇ ਕੀ ਦਿੱਤੀਆਂ ਜਾਂਦੀਆਂ ਨੇ, ਵੇਜਿਸ ਦਿੱਤੀਆਂ ਜਾਂਦੀਆਂ ਨੇ। ਕਹਿੰਦੇ ਲੇਬਰ ਮਾਰਕੀਟ ਦੇ ਵਿੱਚ ਇਕੁਲਿਬਰੀਅਮ ਜਿਹੜਾ ਵੇਜ ਰੇਟ ਹੈ ਜੋ ਆਪਾਂ ਦਿੰਨੇ ਆ ਲੇਬਰ ਮਾਰਕੀਟ ਦੇ ਵਿੱਚ ਉਹ ਫਿਕਸ ਕੀਤਾ ਜਾਂਦਾ ਹੈ। ਇਕੁਲਿਬਰੀਅਮ ਵੇਜ ਰੇਟ ਉਹ ਕਿੱਦਾਂ ਫਿਕਸ ਕੀਤਾ ਜਾਂਦਾ ਹੈ, ਕਹਿੰਦੇ ਜਿੱਥੇ ਲੇਬਰ ਦੀ ਡਿਮਾਂਡ ਆ ਜਿਹੜੀ ਜੋ ਪ੍ਰੋਡਿਊਸਰਸ ਕਰਦੇ ਨੇ ਤੇ ਉਹ ਲੇਬਰ ਦੀ ਸਪਲਾਈ ਦੇ ਇਕੁਅਲ ਹੁੰਦੀ ਹੈ, ਜਿਹੜੇ ਕੀ ਆ ਲੇਬਰ ਕਲਾਸ ਕਰਦੀ ਆ। ਜਿੱਥੇ ਕਹਿੰਦੇ ਲੇਬਰ ਦੀ ਡਿਮਾਂਡ ਤੇ ਸਪਲਾਈ ਇਕੁਅਲ ਹੋਏਗੀ ਲੇਬਰ ਮਾਰਕੀਟ ਦੇ ਵਿੱਚ, ਉੱਥੇ ਇਕੁਲਿਬਰੀਅਮ ਜਿਹੜਾ ਵੇਜ ਰੇਟ ਆ ਉਹ ਕੀਤਾ ਜਾਏਗਾ, ਫਿਕਸ ਕੀਤਾ ਜਾਏਗਾ। ਦੂਸਰੀ ਤਰਫ ਕਹਿੰਦੇ ਵੇਜ ਰੇਟ ਤੇ ਲੇਬਰ ਦੀ ਡਿਮਾਂਡ ਤੇ ਸਪਲਾਈ ਦਾ ਕੀ ਰਿਲੇਸ਼ਨ ਹੈ, ਵੇਜ ਰੇਟ ਤੇ ਜਿਹੜੀ ਲੇਬਰ ਦੀ ਡਿਮਾਂਡ ਆ ਉਹਦਾ ਨੈਗੇਟਿਵ ਰਿਲੇਸ਼ਨਸ਼ਿਪ ਹੈ। ਅਗਰ ਵੇਜ ਰੇਟ ਜ਼ਿਆਦਾ ਹੁੰਦਾ ਹੈ ਤਾਂ ਲੇਬਰ ਦੀ ਡਿਮਾਂਡ ਘੱਟ ਹੁੰਦੀ ਹੈ, ਅਗਰ ਵੇਜ ਰੇਟ ਘੱਟ ਹੁੰਦਾ ਹੈ ਤਾਂ ਲੇਬਰ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ। ਦੂਸਰੀ ਤਰਫ ਕਹਿੰਦੇ ਸਪਲਾਈ ਤੇ ਵੇਜ ਰੇਟ ਦਾ ਕੀ ਰਿਲੇਸ਼ਨ ਹੈ, ਪੋਜ਼ਿਟਿਵ ਰਿਲੇਸ਼ਨਸ਼ਿਪ ਹੈ। ਅਗਰ ਵੇਜ ਰੇਟ ਜ਼ਿਆਦਾ ਹੋਏਗੀ ਤਾਂ ਇਟਸ ਮੀਨ ਸਪਲਾਈ ਆਫ ਲੇਬਰ ਜ਼ਿਆਦਾ ਹੋਏਗੀ। ਟ੍ਰੇਡ ਆਫ ਬਿਟਵੀਨ ਦਾ ਲੇਅਰ ਐਂਡ ਵਰਕ ਹੋਏਗੀ, ਕਿਉਂਕਿ ਉਹ ਲੇਅਰ ਟਾਈਮ ਘੱਟ ਰਹਿਣਾ ਪਸੰਦ ਕਰਨਗੇ ਤੇ ਵਰਕ ਜ਼ਿਆਦਾ ਕਰਨਾ ਪਸੰਦ ਕਰਨਗੇ ਕਿਉਂਕਿ ਵੇਜ ਰੇਟ ਜ਼ਿਆਦਾ ਹੈ। ਅਗਰ ਵੇਜ ਰੇਟ ਘੱਟ ਹੋਈ ਤਾਂ ਉਹ ਕੀ ਕਰਨਗੇ, ਲੇਅਰ ਜ਼ਿਆਦਾ ਰਹਿਣਾ ਪਸੰਦ ਕਰਨਗੇ ਤੇ ਵਰਕ ਘੱਟ ਕਰਨਗੇ। ਇਸ ਤਰ੍ਹਾਂ ਕਹਿੰਦੇ ਸਪਲਾਈ ਤੇ ਵੇਜ ਰੇਟ ਦਾ ਕੀ ਹੁੰਦਾ, ਪੋਜ਼ਿਟਿਵ ਰਿਲੇਸ਼ਨਸ਼ਿਪ ਹੁੰਦਾ ਹੈ। ਤਦ ਕਹਿੰਦੇ ਜਿਹੜੀ ਸਪਲਾਈ ਕਰਵ ਹੈ ਵੇਜ ਰੇਟ ਦੀ ਉਹ ਕੀ ਹੁੰਦੀ ਆ, ਪੋਜ਼ਿਟਿਵ ਹੁੰਦੀ ਆ ਲੈਫਟ ਰਾਈਟ, ਐਂਡ ਜਿਹੜੀ ਡਿਮਾਂਡ ਕਰਵ ਹੁੰਦੀ ਆ ਲੇਬਰ ਦੀ ਉਹ ਕੀ ਹੁੰਦੀ ਆ, ਲੈਫਟ ਰਾਈਟ ਡਾਊਨਵਰਡ ਹੁੰਦੀ ਆ। ਤੇ ਜਿੱਥੇ ਦੋਨੇ ਇੱਕ ਦੂਸਰੇ ਨੂੰ ਕੱਟ ਕਰਦੇ ਨੇ ਉੱਥੇ ਜਿਹੜਾ ਵੇਜ ਰੇਟ ਆ ਉਹ ਕੀ ਕੀਤਾ ਜਾਂਦਾ ਹੈ, ਫਿਕਸ ਕੀਤਾ ਜਾਂਦਾ ਹੈ। ਤਾਂ ਡਿਮਾਂਡ ਕਰਵ ਵੇਜ ਰੇਟ ਦੀ ਕੀ ਹੁੰਦੀ ਆ, ਲੈਫਟ ਰਾਈਟ ਡਾਊਨਵਰਡ ਹੁੰਦੀ ਆ। ਤਾਂ ਇਸ ਯੂਨਿਟ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਅਨਇੰਪਲੋਇਮੈਂਟ ਦੀ ਗੱਲ ਕਰਨੀ ਆ ਜੋ ਵੇਜ ਰੇਟ ਤੇ ਕਹਿੰਦੇ ਲੇਬਰ ਦੀ ਡਿਮਾਂਡ ਤੇ ਸਪਲਾਈ ਦਾ ਰਿਲੇਸ਼ਨ ਦੱਸੇਗਾ, ਐਂਡ ਦੂਸਰੀ ਤਰਫ ਆਪਣੇ ਇਨਫਲੇਸ਼ਨ ਦੀ ਗੱਲ ਕਰਨੀ ਆ। ਕਹਿੰਦੇ ਰਿਲੇਸ਼ਨਸ਼ਿਪ ਬਿਟਵੀਨ ਇਨਫਲੇਸ਼ਨ ਐਂਡ ਅਨਇੰਪਲੋਇਮੈਂਟ ਦੇਖਾਂਗੇ ਆਪਾਂ ਇਸ ਫਿਲਿਪਸ ਕਰਵ ਦੇ ਹੈਲਪ ਦੇ ਨਾਲ, ਤੇ ਐਨਾਲਾਈਜ਼ ਕਰਾਂਗੇ ਡਿਫਰੈਂਟ ਸ਼ੇਪਸ ਆਫ ਫਿਲਿਪਸ ਕਰਵ ਕਿ ਲੌਂਗ ਰਨ ਤੇ ਸ਼ਾਰਟ ਰਨ ਦੇ ਵਿੱਚ ਫਿਲਿਪਸ ਕਰਵ ਦੀਆਂ ਜਿਹੜੀਆਂ ਸ਼ੇਪਸ ਨੇ ਉਹ ਕਿਸ ਤਰ੍ਹਾਂ ਦੀਆਂ ਹੋਣਗੀਆਂ। ਮੀਨਸ ਜਿਹੜਾ ਇਨਫਲੇਸ਼ਨ ਹੈ ਤੇ ਅਨਇੰਪਲੋਇਮੈਂਟ ਹੈ ਉਹਦਾ ਕੀ ਰਿਲੇਸ਼ਨ ਰਹੇਗਾ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ
ਅਨਇੰਪਲੋਇਮੈਂਟ, ਟਾਈਪਸ ਆਫ ਅਨਇੰਪਲੋਇਮੈਂਟ ਵੀ ਅਨਇੰਪਲੋਇਮੈਂਟ ਹੈ ਕੀ। ਕਹਿੰਦੇ ਅਨਇੰਪਲੋਇਮੈਂਟ ਕੀ ਹੈ? ਅਨਇੰਪਲੋਇਮੈਂਟ ਦਾ ਮਤਲਬ ਹੈ ਕਿ ਇਹਦੇ ਵਿੱਚ ਉਹ ਸਾਰੇ ਵਰਕਰਸ ਆਉਂਦੇ ਨੇ, ਉਹ ਸਾਰੇ ਹੈਲਦੀ ਪਰਸਨਸ ਆਉਂਦੇ ਨੇ ਜਿਹੜੇ ਵਰਕ ਕਰਨਾ ਚਾਹੁੰਦੇ ਨੇ ਪ੍ਰਵਿਲਸਿੰਗ ਵੇਜ ਰੇਟ ਤੇ, ਲੇਕਿਨ ਉਹਨਾਂ ਨੂੰ ਵਰਕ ਨਹੀਂ ਮਿਲਦਾ, ਤਾਂ ਉਹਨਾਂ ਨੂੰ ਆਪਾਂ ਅਨਇੰਪਲੋਇਡ ਕਹਿ ਸਕਦੇ ਹਾਂ। ਕਹਿੰਦੇ ਦੂਸਰੀ ਤਰਫ ਲੇਬਰ ਫੋਰਸ ਦੀ ਗੱਲ ਕਰਦੇ ਆਪਾਂ। ਲੇਬਰ ਫੋਰਸ ਕੀ ਹੁੰਦੀ ਆ? ਲੇਬਰ ਫੋਰਸ ਐਜ਼ ਅ concept include all persons in the age group of 16 years to 64 years who are willing to work। ਕਹਿੰਦੇ ਲੇਬਰ ਫੋਰਸ ਦੇ ਵਿੱਚ ਉਹ ਸਾਰੇ ਪਰਸਨਸ ਆਉਂਦੇ ਨੇ ਜਿਨ੍ਹਾਂ ਦੀ ਉਮਰ 16 ਤੋਂ 64 ਸਾਲ ਦੇ ਵਿੱਚ ਹੈ ਤੇ ਜਿਨ੍ਹਾਂ ਜਿਹੜੇ ਹੈਲਦੀ ਨੇ ਤੇ ਜਿਹੜਾ ਵਰਕ ਕਰਨਾ ਵੀ ਚਾਹੁੰਦੇ ਨੇ। ਕਹਿੰਦੇ ਇਟ ਇਨਕਲੂਡਸ ਬੋਥ ਇੰਪਲੋਇਡ ਐਂਡ ਅਨਇੰਪਲੋਇਡ ਪਰਸਨ। ਤਾਂ ਲੇਬਰ ਫੋਰਸ ਮੀਨਸ ਕਿੰਨੀ ਲੇਬਰ ਹੈ ਜਿਹੜੀ ਕੰਮ ਕਰ ਸਕਦੀ ਹੈ। ਤਾਂ ਇਹਦੇ ਵਿੱਚ ਇੰਪਲੋਇਡ ਤੇ ਅਨਇੰਪਲੋਇਮੈਂਟ ਦੋਨੇ ਜਿਹੜੇ ਪਰਸਨਸ ਨੇ ਉਹ ਆਉਂਦੇ ਨੇ। ਕਹਿੰਦੇ ਕਿਹੜੇ ਪਰਸਨਸ ਇਹਦੇ ਵਿੱਚ ਨਹੀਂ ਆਉਂਦੇ ਹੈਗੇ? ਇਹਦੇ ਵਿੱਚ ਮੋਸਟਲੀ ਜਿਹੜੇ ਰਿਟਾਇਰਡ ਪਰਸਨਸ ਨੇ ਉਹ ਨਹੀਂ ਆਉਂਦੇ, ਜਿਹੜੇ ਇਲ ਟੂ ਵਰਕਰਸ ਨੇ ਵਰਕ ਨਹੀਂ ਕਰ ਸਕਦੇ ਉਹ ਨਹੀਂ ਆਉਂਦੇ, ਤੇ ਜਿਹੜੇ ਹਾਊਸ ਦੇ ਵਿੱਚ ਰਹਿੰਦੇ ਨੇ ਜਿਹੜੇ ਸੰਭਾਲ ਕਰਦੇ ਨੇ ਉਹ ਨਹੀਂ ਆਉਂਦੇ। ਐਂਡ ਫਿਰ ਜਿਹੜੇ ਲੁਕਿੰਗ ਨਹੀਂ ਕਰਦੇ ਫॉर द ਜੌਬ ਮੀਨਸ ਜਿਹੜੇ ਵਰਕ ਨੂੰ ਨਹੀਂ ਲੱਭਦੇ ਉਹ ਇਨਵੋਲੰਟਰੀ, ਮਤਲਬ ਜਿਹੜੇ ਵੋਲੰਟਰੀ ਅਨਇੰਪਲੋਇਮੈਂਟ ਮੀਨਸ ਜਿਹੜੇ ਜਾਣ ਬੁੱਝ ਕੇ ਕੰਮ ਨਹੀਂ ਕਰਦੇ, ਉਹਨਾਂ ਨੂੰ ਵੇਤਨ ਤਾਂ ਮਿਲਦਾ ਹੈ ਐਡਜਸਟਿੰਗ ਵੇਜ ਰੇਟ ਤੇ ਉਹ ਕੰਮ ਕਰ ਤਾਂ ਸਕਦੇ ਨੇ, ਕੰਮ ਮਿਲਦਾ ਤਾਂ ਹੈ ਲੇਕਿਨ ਉਹ ਕੰਮ ਨਹੀਂ ਕਰਦੇ ਆਪਣੀ ਇੱਛਾ ਦੇ ਅਨੁਸਾਰ। ਦਿਸ ਇਜ਼ ਅ ਵੋਲੰਟਰੀ ਅਨਇੰਪਲੋਇਮੈਂਟ। ਕਹਿੰਦੇ ਉਹ ਪਰਸਨਸ ਅਨਇੰਪਲੋਇਮੈਂਟ ਦੇ ਵਿੱਚ ਨਹੀਂ ਆਉਣਗੇ, ਲੇਬਰ ਫੋਰਸ ਦੇ ਵਿੱਚ ਨਹੀਂ ਆਉਣਗੇ। ਲੇਬਰ ਫੋਰਸ ਦੇ ਵਿੱਚ ਸਾਰੇ ਬਿਲਿੰਗ ਪਰਸਨਸ ਹੀ ਨੇ ਆਉਣਗੇ, ਕਿਉਂਕਿ ਜਿਹੜੀ ਅਨਇੰਪਲੋਇਮੈਂਟ ਆ ਉਹ ਵੀ ਹੁੰਦੀ ਇੱਕ ਵੋਲੰਟਰੀ ਇੱਕ ਇਨਵੋਲੰਟਰੀ। ਜਿਹੜੀ ਵੋਲੰਟਰੀ ਅਨਇੰਪਲੋਇਮੈਂਟ ਹੁੰਦੀ ਆ ਉਹਦਾ ਮਤਲਬ ਇਹ ਹੁੰਦਾ ਹੈ ਕਿ ਪਰਸਨਸ ਨੂੰ ਕੰਮ ਤਾਂ ਮਿਲਦਾ ਹੈ। ਜਿਵੇਂ ਕੋਈ ਡਾਕਟਰ ਹੈ, ਡਾਕਟਰ ਨੂੰ ਵਰਕ ਤਾਂ ਮਿਲਦਾ ਹੈ ਕਿਸੇ ਕਲੀਨਿਕ ਦੇ ਵਿੱਚ ਮਿਲਦਾ ਹੈ, ਲੇਕਿਨ ਉਹ ਉੱਥੇ ਕੰਮ ਕਰਨ ਦੇ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਉਹਦੀ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਆ। ਉਹ ਮਤਲਬ ਜ਼ਿਆਦਾ ਪੈਕੇਜ ਵਾਲੀਆਂ ਜੌਬਸ ਦੀ ਡਿਮਾਂਡ ਕਰਦਾ ਜਿਹਦੇ ਕਰਕੇ ਉਹ ਆਪਣੇ ਆਪ ਕੰਮ ਨਹੀਂ ਕਰਦਾ। ਦਿਸ ਇਜ਼ ਅ ਵੋਲੰਟਰੀ ਅਨਇੰਪਲੋਇਮੈਂਟ। ਤਾਂ ਇਸ ਤਰ੍ਹਾਂ ਦੀ ਅਨਇੰਪਲੋਇਮੈਂਟ ਦੇ ਵਿੱਚ ਨਹੀਂ ਹੋਏਗੀ, ਓਨਲੀ ਇਨਵੋਲੰਟਰੀ ਹੋਏਗੀ ਕਿ ਜੋ ਵਰਕ ਕਰਨ ਦੇ ਲਈ ਤਿਆਰ ਨੇ ਲੇਕਿਨ ਉਹਨਾਂ ਨੂੰ ਵਰਕ ਨਹੀਂ ਮਿਲਦਾ। ਤੇ ਦੂਸਰੀ ਤਰਫ ਕਹਿੰਦੇ ਵਰਕ ਫੋਰਸ ਦੀ ਗੱਲ ਕਰਦੇ ਆ ਤਾਂ ਲੇਬਰ ਫੋਰਸ ਤਾਂ ਤੁਹਾਨੂੰ ਪਤਾ ਹੈ ਕਿ 16 ਤੋਂ 64 ਇਅਰਸ ਤੱਕ ਜਿੰਨੇ ਵੀ ਪਰਸਨਸ ਨੇ ਤਾਂ ਉਹ ਸਾਰੇ ਲੇਬਰ ਫੋਰਸ ਦੇ ਅੰਡਰ ਆਉਂਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਵਰਕ ਕਰਨ ਦੀ ਕੈਪੇਬਿਲਿਟੀ ਹੁੰਦੀ ਆ। ਐਂਡ ਵਰਕ ਫੋਰਸ ਐਜ਼ ਅ concept of somewhat narrows, it includes the employed persons only। ਵਰਕ ਫੋਰਸ ਆਪਾਂ ਸਿਰਫ ਉਹਨਾਂ ਨੂੰ ਲਵਾਂਗੇ ਜਿਹੜੇ ਪਰਸਨਸ ਵਰਕ ਕਰਦੇ ਨੇ, ਠੀਕ ਹੈ, ਤੇ ਜਿਨ੍ਹਾਂ ਨੂੰ ਵੇਜ ਰੇਟ ਵਗੈਰਾ ਮਿਲਦੇ ਨੇ, ਜਿਹੜੇ ਕਿਸੇ ਨਾ ਕਿਸੇ ਆਕੂਪੇਸ਼ਨਸ ਦੇ ਵਿੱਚ ਸੈਟ ਨੇ, ਦੈਟ ਇਜ਼ ਅ ਵਰਕ ਫੋਰਸ। ਕਹਿੰਦੇ the difference between the labor force and work force is the number of unemployed। ਕਹਿੰਦੇ ਲੇਬਰ ਫੋਰਸ ਤੇ ਵਰਕ ਫੋਰਸ ਦੇ ਵਿੱਚ ਆਪਾਂ ਡਿਫਰੈਂਸ ਦੇਖ ਸਕਦੇ ਹੋ। ਆਪਾਂ ਗਾਹਾਂ ਦੇਖਦੇ ਕਿ ਕਿਸ ਤਰ੍ਹਾਂ ਦੇਖਦੇ ਹਾਂ। ਤਾਂ ਉਸ ਤੋਂ ਬਾਅਦ ਦੇਖੋ ਇੰਪਲਾਇਡ ਪਰਸਨਸ ਜਿਹਨਾਂ ਨੂੰ ਵਰਕ ਫੋਰਸ ਕਹਿੰਦੇ ਆ, ਵੀ ਮੀਨ ਦੋਜ਼ ਹੂ ਪਰਫਾਰਮਸ ਐਨੀ ਪੇਡ ਵਰਕ। ਤਾਂ ਵਰਕ ਫੋਰਸ ਦੇ ਵਿੱਚ ਤੇ ਇੰਪਲਾਇਡ ਪਰਸਨ ਦੇ ਵਿੱਚ ਉਹੀ ਸਾਰੇ ਵਰਕਰਸ ਆਉਣਗੇ ਜਿਨ੍ਹਾਂ ਨੂੰ ਕੁਛ ਨਾ ਕੁਛ ਪੇ ਕੀਤਾ ਜਾਂਦਾ ਹੈ ਉਹਨਾਂ ਦੇ ਕੰਮ ਦੇ ਬਦਲੇ, ਦੋਜ਼ ਹੂ ਹੈਵ ਜੌਬਸ ਜਾਂ ਫਿਰ ਜਿਨ੍ਹਾਂ ਕੋਲ ਜੌਬਸ ਨੇ। ਅਦਰ ਹੈਂਡ ਤੇ ਅਸੀਂ ਕਹਿ ਸਕਦੇ ਹਾਂ ਅਨਇੰਪਲੋਇਮੈਂਟ ਐਜ਼ ਅ ਕੈਟਾਗਰੀ ਇਨਕਲੂਡਸ ਪੀਪਲਸ ਹੂ ਆਰ ਨਾਟ ਇੰਪਲੋਇਡ ਬਟ ਆਰ ਐਕਟਿਵਲੀ ਲੁਕਿੰਗ ਫॉर ਵਰਕ। ਕਹਿੰਦੇ ਅਨਇੰਪਲੋਇਮੈਂਟ ਦੇ ਵਿੱਚ ਉਹ ਪਰਸਨਸ ਹੁੰਦੇ ਨੇ ਜਿਹੜੇ ਜੌਬ ਦੇ ਲਈ ਲੁੱਕ ਕਰਦੇ ਨੇ, ਜੌਬ ਨੂੰ ਦੇਖਦੇ ਨੇ ਪਰ ਉਹਨਾਂ ਨੂੰ ਵਰਕ ਨਹੀਂ ਮਿਲਦਾ ਹੈ। ਦਿਸ ਇਜ਼ ਦਾ ਅਨਇੰਪਲੋਇਮੈਂਟ। ਕਹਿੰਦੇ ਅਨਇੰਪਲੋਇਮੈਂਟ ਦੇ ਵਿੱਚ ਕਹਿੰਦੇ ਕੀ ਆ ਮੋਸਟਲੀ ਜਿਹੜੇ ਲੇਬਰ ਫੋਰਸ ਹੈ ਉਹ ਵੀ ਹੁੰਦੀ ਹੈ ਕਿਉਂਕਿ ਲੇਬਰ ਫੋਰਸ ਵਰਕ ਕਰ ਸਕਦੇ ਲੇਕਿਨ ਉਹਨਾਂ ਨੂੰ ਵਰਕ ਨਹੀਂ ਮਿਲਦਾ। ਤਾਂ ਅਨਇੰਪਲੋਇਮੈਂਟ ਰੇਟਸ ਐਜ਼ ਦ ਨੰਬਰ ਆਫ ਅਨਇੰਪਲੋਇਮੈਂਟ ਡਿਵਾਈਡਡ ਬਾਈ ਦਾ ਟੋਟਲ ਲੇਬਰ ਫੋਰਸ। ਕਹਿੰਦੇ ਅਨਇੰਪਲੋਇਮੈਂਟ ਨੂੰ ਆਪਾਂ ਕਿੱਦਾਂ ਦੇਖ ਸਕਦੇ ਹਾਂ? ਜਦੋਂ ਕਹਿੰਦੇ ਅਨਇੰਪਲੋਇਮੈਂਟ ਰੇਟ ਆਪਾਂ ਨੇ ਕੱਢਣਾ ਹੁੰਦਾ ਹੈ ਤਦ ਆਪਾਂ ਜਿਹੜੇ ਨੰਬਰ ਆਫ ਅਨਇੰਪਲੋਇਡ ਨੇ ਉਹਨਾਂ ਨੂੰ ਡਿਵਾਈਡ ਕਰਾਂਗੇ ਟੋਟਲ ਵਰਕ ਫੋਰਸ ਦੇ ਨਾਲ। ਤਾਂ ਕਹਿੰਦੇ ਕਿ ਟੋਟਲ ਲੇਬਰ ਫੋਰਸ ਦੇ ਨਾਲ, ਟੋਟਲ ਲੇਬਰ ਫੋਰਸ ਮੀਨਸ ਕਿੰਨੇ ਵਰਕ ਕਰਨ ਦੇ ਲਈ ਤਿਆਰ ਨੇ, ਉਹਨਾਂ ਦੇ ਨਾਲ ਆਪਾਂ ਜੋ ਹੈ ਅਨਇੰਪਲੋਇਡ ਪਰਸਨਸ ਜਿਨ੍ਹਾਂ ਨੂੰ ਵਰਕ ਨਹੀਂ ਮਿਲ ਰਿਹਾ ਤਾਂ ਅਨਇੰਪਲੋਇਡ ਵਾਈ ਜਿਹੜੀ ਲੇਬਰ ਫੋਰਸ ਹੈ ਟੋਟਲ ਲੇਬਰ ਫੋਰਸ ਉਹਨੂੰ ਕਰਾਂਗੇ, ਠੀਕ ਹੈ, ਉਹਦੇ ਨਾਲ ਟੋਟਲ ਲੇਬਰ ਫੋਰਸ ਨਾਲ ਡਿਵਾਈਡ ਕਰਾਂਗੇ ਆਪਾਂ ਅਨਇੰਪਲੋਇਡ ਵਰਕਰਸ ਨੂੰ, ਤਾਂ ਆਪਾਂ ਨੂੰ ਜਿਹੜਾ ਅਨਇੰਪਲੋਇਮੈਂਟ ਰੇਟ ਆ ਉਹ ਕੀ ਦੇਖਣ ਲਈ ਮਿਲ ਜਾਏਗਾ। ਕਹਿੰਦੇ ਇਹ ਕਨਸੈਪਟ ਹੈ ਜਿਹੜਾ ਇਹਦੇ ਵਿੱਚ ਕੀ ਆ, ਪਰਸਨਸ ਇਜ਼ ਵਿਲਿੰਗ ਟੂ ਵਰਕ ਐਟ ਅ ਪਰਵਿਲਸਿੰਗ ਵੇਜ ਰੇਟ ਬਟ ਕੈਨ ਨਾਟ ਫਾਈਂਡ ਵਰਕ ਅਨਇੰਪਲੋਇਮੈਂਟ ਦੇ ਵਿੱਚ। ਕਹਿੰਦੇ ਮੋਸਟਲੀ ਅਨਇੰਪਲੋਇਮੈਂਟ ਦੇ ਵਿੱਚ ਕਹਿੰਦੇ ਜਿਹੜੀਆਂ 3 ਟਾਈਪਸ ਆਫ
ਅਨਇੰਪਲੋਇਮੈਂਟ ਹੁੰਦੀ ਹੈ, ਜਿਹਨੂੰ ਨੈਚੁਰਲ ਰੇਟ ਆਫ ਅਨਇੰਪਲੋਇਡ ਕਹਿੰਦੇ ਆ, ਜਿਹੜਾ ਥੋੜੇ ਟਾਈਮ ਦੇ ਲਈ ਕੀਗਾ ਕਹਿੰਦੇ ਇੰਪਲੋਇਡ ਹੋਣ ਦੇ ਬਾਵਜੂਦ ਵੀ ਕਈ ਵਾਰ ਆਪਣੀ ਹੈ ਜਿਹੜੀ ਅਨਇੰਪਲੋਇਮੈਂਟ ਪਾਈ ਜਾਂਦੀ ਹੈ ਇਕੋਨਮੀ ਦੇ ਵਿੱਚ। ਤਾਂ ਇਹਦੇ ਵਿੱਚ 3 ਮੇਨ ਜਿਹੜੀਆਂ ਨੇ ਟਾਈਪਸ, ਫਸਟ ਹੈ frictional unemployment, second है structural unemployment, third है cyclical unemployment। ਤਾਂ ਸਭ ਤੋਂ ਪਹਿਲਾਂ ਆਪਾਂ frictional unemployment ਦੀ ਗੱਲ ਕਰਦੇ ਹਾਂ। ਕਹਿੰਦੇ frictional unemployment ਕੀ ਹੁੰਦੀ ਆ? It takes place because people switch over from one work or one job to another। ਜਦੋਂ ਕਹਿੰਦੇ ਕਈ ਪਰਸਨਸ ਕੀ ਹੁੰਦੇ ਨੇ ਸੈਟੀਸਫਾਈ ਨਹੀਂ ਹੁੰਦੇ ਆਪਣੀ ਪ੍ਰੈਜ਼ੈਂਟ ਜੌਬ ਤੋਂ, ਉਹ ਆਪਣੀ ਆਹ ਵਾਲੀ ਜੌਬ ਛੱਡ ਕੇ ਕਿਸੇ ਨਿਊ ਜੌਬ ਦੀ ਸਰਚ ਦੇ ਵਿੱਚ ਚਲੇ ਜਾਂਦੇ ਨੇ। ਤਾਂ ਉਹਨਾਂ ਦਾ ਜੋ ਕੀ ਹੁੰਦਾ ਹੈ, ਇਨ ਮੈਨੀ ਕੇਸਿਸ ਦਾ ਟੈਨਿਓਰ ਆਫ ਜੌਬ ਗੈਟਸ ਓਵਰ ਐਂਡ ਵਰਕ ਰਿਮੇਨਸ ਅਨਇੰਪਲੋਇਡ ਟਿਲ ਦੇ ਗੈਟ ਅਨਦਰ ਜੌਬ। ਕਹਿੰਦੇ ਜਦੋਂ ਤੱਕ ਉਹ ਅਨਦਰ ਜੌਬ ਲੱਭਦੇ ਨੇ ਤਾਂ ਮੰਥਲੀ 2 ਮੰਥਲੀ ਉਹਨਾਂ ਨੂੰ ਉਹਨਾਂ ਟਾਈਮ ਕੀ ਰਹਿਣਾ ਪੈਂਦਾ ਹੈ, ਫ੍ਰੀ ਰਹਿਣਾ ਪੈਂਦਾ ਹੈ। ਤਾਂ ਉਹਨਾਂ ਟਾਈਮ ਉਹਨਾਂ ਨੂੰ ਕੋਈ ਜੌਬ ਨਹੀਂ ਮਿਲਦੀ, ਤਾਂ ਉਹ ਆਪਣੇ ਆਪ ਨੂੰ ਵਨ ਪਲੇਸ ਤੋਂ ਸੈਕਿੰਡ ਪਲੇਸ ਤੇ ਜਦੋਂ ਮਾਈਗ੍ਰੇਟ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਟਾਈਮ ਲੈਗ ਆ ਜਾਂਦਾ ਹੈ। ਤਾਂ ਟਾਈਮ ਲੈਗ ਉਹ ਕੀ ਹੁੰਦਾ ਹੈ, ਸ਼ਾਰਟ ਟਾਈਮ ਦਾ ਹੁੰਦਾ ਹੈ, ਠੀਕ ਹੈ, ਜਿਨ੍ਹਾਂ ਨੂੰ ਕਵਰ ਕਰ ਸਕਦੇ ਨੇ। ਤਾਂ ਇਸ ਅਨਇੰਪਲੋਇਮੈਂਟ ਨੂੰ ਆਪਾਂ ਕੀ ਬੋਲਦੇ ਆ, ਫ੍ਰਿਕਸ਼ਨਲ ਅਨਇੰਪਲੋਇਮੈਂਟ ਬੋਲਦੇ ਆ। ਕਹਿੰਦੇ ਫ੍ਰਿਕਸ਼ਨਲ ਅਨਇੰਪਲੋਇਮੈਂਟ ਟੇਕ ਪਲੇਸ ਬਿਕੋਜ਼ ਇਨ ਐਨ ਇਕੋਨਮੀ ਵਿਦ imperfect information job search mismatching is not smooth and there are frictions in the ਇਕੋਨਮੀ। ਜਦੋਂ ਵਨ ਜੌਬ ਤੋਂ ਆਪਾਂ ਹਟ ਕੇ ਨਿਊ ਜੌਬ ਦੀ ਸਰਚ ਦੇ ਵਿੱਚ ਕਹਿੰਦੇ ਜੋ ਟਾਈਮ ਸਪੈਂਡ ਕਰਦੇ, ਜੋ ਟਾਈਮ ਲੈਗ ਹੁੰਦਾ, ਡੈਟ ਇਜ਼ ਕਾਲਡ ਫ੍ਰਿਕਸ਼ਨਲ ਅਨਇੰਪਲੋਇਮੈਂਟ। ਠੀਕ ਹੈ, ਇਹਦੇ ਵਿੱਚ ਰॉ ਮਟੀਰੀਅਲ ਦੀ ਵੀ ਘਾਟ ਵੀ ਹੋ ਸਕਦੀ ਹੈ, ਵਨ ਪਲੇਸ ਟੂ ਸੈਕਿੰਡ ਪਲੇਸ ਮਾਈਗ੍ਰੇਟ ਹੋਣ ਦੇ ਵਿੱਚ ਜੋ ਪ੍ਰੋਬਲਮ ਆਉਂਦੀ ਹੈ, ਜੋ ਨਿਊ ਜੌਬ ਦੀ ਸਰਚ ਦੇ ਵਿੱਚ ਪ੍ਰੋਬਲਮ ਆਉਂਦੀ ਆ, that is a reason of frictional unemployment। And the second is a structural unemployment। The structural unemployment ਕੀ ਹੁੰਦੀ ਹੈ? It results from the mismatch between supply and demand for different kinds of job। ਕਹਿੰਦੇ ਜਦੋਂ ਜੌਬਸ ਰਿਕੁਆਇਰਮੈਂਟ ਹੁੰਦੀ ਆ ਤਾਂ ਉਹਦੇ ਵਿੱਚ ਆਪਾਂ ਜੌਬਸ ਫਾਈਂਡ ਕਰਦੇ ਆ, ਆਪਾਂ ਨੂੰ ਕਿਸੇ ਹੋਰ ਤਰੀਕੇ ਦੀ ਜੌਬ ਚਾਹੀਦੀ ਹੈ, ਲੇਕਿਨ ਜੌਬ opportunity ਆਪਾਂ ਨੂੰ ਕਿਸੇ ਹੋਰ ਤਰੀਕੇ ਦੀ ਮਿਲਦੀ ਆ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੀ ਮਿਸਮੈਚ ਹੁੰਦਾ ਹੈ ਬਿਟਵੀਨ ਦਾ ਸਪਲਾਈ ਐਂਡ ਡਿਮਾਂਡ ਫॉर ਡਿਫਰੈਂਟ ਕਾਈਂਡਸ ਆਫ ਜੌਬ। ਫॉर ਐਗਜ਼ਾਮਪਲ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਰੀਸੈਂਟ ਈਅਰ ਦੇ ਵਿੱਚ ਨੰਬਰ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਜਿਹੜੇ ਪ੍ਰੋਫੈਸ਼ਨਲਸ ਨੇ ਲੁਕਿੰਗ ਫॉर ਜੌਬ ਇਨ ਇੰਡੀਆ ਹੈਜ਼ ਬੀਨ ਮਚ ਹਾਇਰ ਦੈਨ ਅਵੇਲੇਬਲ ਜੌਬ। ਕਹਿੰਦੇ ਜਿਹੜੇ ਇੰਜੀਨੀਅਰ ਨੇ ਜਾਂ ਫਿਰ ਆਪਣੇ ਜਿਹੜੇ ਮੈਨੇਜਮੈਂਟ ਪ੍ਰੋਫੈਸ਼ਨਲਸ ਨੇ ਉਹ ਜ਼ਿਆਦਾ ਨੇ, ਲੇਕਿਨ ਜਿਹੜੀਆਂ ਜੌਬਸ ਨੇ ਆਪਣੀ ਇੰਡੀਆ ਦੇ ਵਿੱਚ ਉਹ ਘੱਟ ਨੇ। ਮਤਲਬ ਜੌਬਸ ਦੀ ਜਿਹੜੀ ਸਪਲਾਈ ਹੈ ਘੱਟ ਹੈ, ਲੇਕਿਨ ਜੌਬ ਦੀ ਡਿਮਾਂਡ ਜ਼ਿਆਦਾ ਹੈ, ਤੇ ਇਹਦੇ ਵਿੱਚ ਮਿਸਮੈਚ ਹੁੰਦਾ ਹੈ। ਦਿਸ ਇਜ਼ ਹੈਜ਼ ਰਿਜ਼ਲਟ ਇਨ ਨੰਬਰ ਆਫ ਪਰਸਨਸ ਵਿਦ unemployment take place largely due to structural shift in an economy and adjustment to such shift take time। A larger number of educational institutions in the India have discontinued their engineering education programs। ਜਾਂ ਫਿਰ ਜਿਹੜੀਆਂ ਹੈ ਡਿਮਾਂਡਸ ਇੰਜੀਨੀਅਰ ਦੀ ਜਾਂ ਮੈਨੇਜਮੈਂਟ ਪ੍ਰੋਫੈਸ਼ਨਲ ਦੀ ਜ਼ਿਆਦਾ ਹੈ, ਲੇਕਿਨ ਸਪਲਾਈ ਘੱਟ ਹੈ, ਮਤਲਬ ਮਿਸਮੈਚ ਆ। ਆਪਣੀਆਂ ਜਿਹੜੀਆਂ ਜੌਬ ਆਫਰਸ ਨੇ ਉਹ ਜ਼ਿਆਦਾ ਮੈਨੇਜਰਸ ਨੂੰ ਦਿੱਤੀਆਂ ਜਾ ਰਹੀਆਂ ਨੇ, ਇੰਜੀਨੀਅਰਸ ਨੂੰ ਦਿੱਤੀਆਂ ਜਾ ਰਹੀਆਂ ਨੇ, ਲੇਕਿਨ ਜਿਹੜੇ ਪਰਸਨਸ ਨੇ ਆਪਣੀ ਲੇਬਰ ਫੋਰਸ ਹੈ ਉਹ ਉਸ ਟਾਈਪ ਦੀ ਨਹੀਂ ਹੈਗੀ। ਤਦ ਕਹਿੰਦੇ ਇਹਨਾਂ ਦੇ ਵਿੱਚ ਡਿਮਾਂਡ ਐਂਡ ਸਪਲਾਈ ਦੇ ਵਿੱਚ ਮਿਸਮੈਚ ਹੁੰਦਾ, ਜਿਹਦੇ ਕਰਕੇ ਕਹਿੰਦੇ ਸਟਰਕਚਰਲ ਜਿਹੜੀ ਅਨਇੰਪਲੋਇਮੈਂਟ ਆਉਂਦੀ ਹੈ। ਇਹਦੇ ਵਿੱਚ ਕਹਿੰਦੇ ਹੋਰ ਵੀ ਰੀਜ਼ਨਸ ਹੋ ਸਕਦੇ ਨੇ, ਜਦੋਂ ਕਹਿੰਦੇ ਇੱਕ ਫਰਮ ਜਾਂ ਬਿਜ਼ਨਸਮੈਨ ਨੇ ਆਪਣੀ ਜਿਹੜੀ ਹੈ ਪਲਾਂਟ ਦੀ ਸਟਰਕਚਰ ਚੇਂਜ ਕਰਨੀ ਹੈ, ਮੀਨਸ ਨਿਊ ਟੈਕਨੋਲੋਜੀ ਲੈ ਕੇ ਆਉਣੀਆਂ, ਜਾਂ ਫਿਰ ਕਹਿੰਦੇ ਕਿ ਆ ਪਰਸਨਸ ਕੁਛ ਟੈਕਨੀਕਸ ਲੈ ਕੇ ਆਉਂਦੀਆਂ ਜੋ ਆਪਣੀ ਲੇਬਰ ਫੋਰਸ ਨੂੰ ਨਹੀਂ ਆਉਂਦੀਆਂ, ਜੋ ਵਰਕ ਫੋਰਸ ਨੂੰ ਨਹੀਂ ਆਉਂਦੀਆਂ, ਦੈਨ ਉਹ ਇੰਪਲਾਇਡਸ ਵਰਕਰ ਨੂੰ ਟ੍ਰੇਨਿੰਗ ਦੇ ਲਈ ਭੇਜਿਆ ਜਾਂਦਾ ਹੈ, ਜਾਂ ਡਿਫਰੈਂਟ ਐਜੂਕੇਸ਼ਨ ਦਿੱਤੀ ਜਾਂਦੀ ਆ। ਠੀਕ ਹੈ, ਜਾਂ ਫਿਰ ਆਪਣਾ ਨਿਊ ਪਲਾਂਟ ਸੈਟਅਪ ਕਰਨਾ, ਪਲਾਂਟ ਦਾ ਸਾਈਜ਼ ਬੜਾ ਕਰਨਾ। ਠੀਕ ਹੈ, ਤਾਂ ਥੀਸ ਆਰ ਦਾ ਸਟਰਕਚਰਲ ਅਨਇੰਪਲੋਇਮੈਂਟ। ਤਾਂ ਉਹਨਾਂ ਟਾਈਮ ਜਿਹੜੇ ਆਪਣੀ ਵਰਕ ਫੋਰਸ ਹੈ ਉਹਨੂੰ ਕੀ ਰਹਿਣਾ ਪੈਂਦਾ ਹੈ, ਫ੍ਰੀ ਰਹਿਣਾ ਪੈਂਦਾ ਹੈ। And the third is cyclical unemployment। ਕਹਿੰਦੇ ਸਾਈਕਲਿਕਲ ਅਨਇੰਪਲੋਇਮੈਂਟ ਮੋਸਟਲੀ ਬਿਜ਼ਨਸ ਸਾਈਕਲ ਨਾਲ ਰਿਲੇਟਡ ਹੈ। ਇਹ ਕਹਿੰਦੇ ਆਪਣੇ ਬੂਮ ਰਿਸੈਸ਼ਨ ਰਿਕਵਰੀ ਦੇ ਨਾਲ ਰਿਲੇਟਡ ਹੈ। ਕਹਿੰਦੇ ਉਸ ਟਾਈਮ ਦੀ ਜਿਹੜੀ ਇੰਪਲੋਇਮੈਂਟ ਹੈ ਉਸ ਤੇ ਇਫੈਕਟ ਪੈਂਦਾ ਹੈ। ਇਟ ਰਾਈਜ਼ਸ ਡਿਊ ਟੂ ਫਲਕਚੁਏਸ਼ਨ ਇਨ ਐਗਰੀਗੇਟ ਡਿਮਾਂਡ ਵਿਚ ਇਜ਼ ਦਾ ਪਾਰਟ ਆਫ ਬਿਜ਼ਨਸ ਸਾਈਕਲ।
क्योंकि बिजनेस साइकिल एग्रीगेट डिमांड ਤੇ ਡਿਪੈਂਡ ਕਰਦਾ ਹੈ। ਐਗਰੀਗੇਟ ਡਿਮਾਂਡ ਇਨਕਰੀਜ਼ ਡਿਕਰੀਜ਼ ਹੋਣ ਦੇ ਨਾਲ ਜਿਹੜਾ ਬਿਜ਼ਨਸ ਸਾਈਕਲ ਉਹਦੇ ਵਿੱਚ ਫਲਕਚੁਏਸ਼ਨ ਹੁੰਦੀ ਆ। ਜਦੋਂ ਕਹਿੰਦੇ ਐਗਰੀਗੇਟ ਡਿਮਾਂਡ ਡਿਕਲਾਈਨ ਹੁੰਦੀ ਆ, देयर इज अ स्टिमुलेट डिक्लाइन इन डिमांड फॉर लेबर। एग्रीगेट डिमांड डिक्रीज होने ਦੇ ਨਾਲ एग्रीगेट ਜਿਹੜੀ ਹੈ ਸਪਲਾਈ डिमांड ऑफ लेबर भी डिक्रीज हो जाती है ਤੇ ਇੰਪਲੋਇਮੈਂਟ ਹੈ ਜਿਹੜੀ ਉਹ ਇਨਕਰੀਜ਼ ਹੋ ਜਾਂਦੀ ਆ। दूसरी तरफ एग्रीगेट डिमांड इंक्रीज होने ਦੇ ਨਾਲ एग्रीगेट ਜਿਹੜੀ ਹੈ डिमांड लेबर ਦੀ इंक्रीज ਹੁੰਦੀ ਹੈ, ਜਿਹਦੇ ਨਾਲ ਕੀ ਆ ਜਿਹੜੀ ਇੰਪਲੋਇਮੈਂਟ ਆ ਉਹ ਵੀ ਕੀ ਹੋ ਜਾਂਦੀ ਹੈ, ਇਨਕਰੀਜ਼ ਹੋ ਜਾਂਦੀ ਆ। ਕਹਿੰਦੇ ਬੂਮ ਪੀਰੀਅਡ ਦੇ ਵਿੱਚ ਐਗਰੀਗੇਟ ਡਿਮਾਂਡ ਇਨਕਰੀਜ਼ ਹੁੰਦੀ ਆ, ਪ੍ਰਾਈਸਿਸ ਇਨਕਰੀਜ਼ ਹੁੰਦੀਆਂ ਨੇ ਤੇ ਜਿਹੜੀ ਲੇਬਰ ਦੀ ਡਿਮਾਂਡ ਆ ਉਹ ਵੀ ਕੀ ਹੈ, ਇਨਕਰੀਜ਼ ਹੋਏਗੀ, ਇੰਪਲੋਇਮੈਂਟ ਇਨਕਰੀਜ਼ ਹੋਏਗੀ। ਇਨ ਦਾ ਪੀਰੀਅਡ ਆਫ ਰਿਸੈਸ਼ਨ ਜਦੋਂ ਕਹਿੰਦੇ ਐਗਰੀਗੇਟ ਡਿਮਾਂਡ ਘੱਟ ਹੁੰਦੀ ਹੈ ਤੇ ਪ੍ਰਾਈਸਿਸ ਘੱਟ ਹੁੰਦੀਆਂ ਨੇ ਤਾਂ ਪ੍ਰੋਡਿਊਸਰਸ ਨੂੰ ਪ੍ਰੋਫਿਟ ਵੀ ਘੱਟ ਹੁੰਦਾ ਹੈ। ਉਸ ਟਾਈਪ ਜਿਹੜੀ ਹੈ ਲੇਬਰ ਦੀ ਡਿਮਾਂਡ ਉਹ ਵੀ ਡਿਕਰੀਜ਼ ਹੋਏਗੀ, ਜਿਹਦੇ ਕਰਕੇ ਜਿਹੜੀ ਇੰਪਲੋਇਮੈਂਟ ਆ ਉਹ ਕੀ ਹੋਏਗੀ, ਇਨਕਰੀਜ਼ ਹੋਏਗੀ। ਤਾਂ ਇਹ ਹੁੰਦੀ ਆਪਣੀ ਸਾਈਕਲਿਕਲ ਅਨਇੰਪਲੋਇਮੈਂਟ। ਕਹਿੰਦੇ ਜਿਹੜਾ ਆਪਣਾ ਸੀਗਾ अपना इंप्लॉयमेंट रेट का कहते इंपीरिकल डाटा शोज दैट लेबर फोर्स इन एन इकोनॉमी इज मच लैस दैन द टोटल पॉपूलेशन। कहते जी टोटल पॉपूलेशन की इकोनॉमी के लेबर फोर्स है वो घट होंगी आ, क्योंकि देखो अपने इंडिया के लेबर फोर्स की गल करिए तो अकॉर्डिंग टू सर्टेन रिसोर्सिस जी इज अबाउट 50 करोड़ कंपेयर टू एन असेंशियल पॉपुलेशन ऑफ 130 करोड़ इन टू 2020। 138 crore है कहते persons above 65 years and children below 15 years is age however should not be taken in considers as the size of labor force। कहते लेबर फोर्स ਦੇ ਵਿੱਚ ਟੋਟਲ ਪਾਪੂਲੇਸ਼ਨ ਦੇ ਵਿੱਚੋਂ ਕਹਿੰਦੇ ਜਿਹੜੇ 15 ਸਾਲ ਦੀ ਉਮਰ ਤੱਕ ਦੇ ਬੱਚੇ ਨੇ ਉਹਨਾਂ ਨੂੰ ਨਹੀਂ ਲਿੱਤਾ ਜਾਂਦਾ ਤੇ ਜਿਹੜੇ 65 ਸਾਲ ਤੋਂ ਉੱਪਰ ਬਜ਼ੁਰਗ ਨੇ ਉਹਨਾਂ ਨੂੰ ਨਹੀਂ ਲਿੱਤਾ ਜਾਂਦਾ। ਸਿਰਫ 15 ਤੋਂ 65 ਸਾਲ ਦੇ ਵਿੱਚ ਵੀ ਜਿੰਨੇ ਵੀ ਆਪਣੇ ਯੰਗ ਪਰਸਨਸ ਨੇ ਜਾਂ ਆਪਣੇ ਮਿਡਲ ਮੈਨ ਨੇ ਤਾਂ ਉਹਨਾਂ ਨੂੰ ਸਿਰਫ ਲਿੱਤਾ ਜਾਂਦਾ ਹੈ, ਉਹ ਲੇਬਰ ਫੋਰਸ ਦੇ ਵਿੱਚ ਆਉਂਦੇ ਨੇ। ਤਾਂ ਇਹ ਰੈਲੇਵੈਂਟ ਜੇ ਰੇਸ਼ੋ ਚੈੱਕ ਕਰਨੀ ਆਪਾਂ ਨੇ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਚੈੱਕ ਕਰਨਾ ਹੈ ਤਾਂ ਇਹ ਆਪਾਂ ਕਰਦੇ ਹਾਂ LFPR ਜਿਹਨੂੰ ਆਪਾਂ ਕਹਿੰਦੇ ਹਾਂ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ कि लेबर फोर्स की पार्टिसिपेशन रेट कितनी है। तो आप इन्हें कितना देख सकते हैं, इन्हों आप साइज ऑफ लेबर साइज ऑफ द लेबर फोर्स जिन्नी भी अपनी लेबर फोर्स है ठीक है 15 तो 65 ईयर्स तक जिन्ने भी परसनस आते हैं उन्होंने नाल जो आप डिवाइड किनू करांगे साइज ऑफ पॉपुलेशन इन द एज ग्रुप ऑफ 16 to 64 ईयर्स। 16 to 64 ईयर्स की जी पॉपुलेशन है ਉਹਦੇ ਨਾਲ ਆਪਾਂ ਲੇਬਰ ਫੋਰਸ ਦੇ ਸਾਈਜ਼ ਨੂੰ ਡਿਵਾਈਡ ਕਰਾਂਗੇ ਤਾਂ ਆਪਾਂ ਨੂੰ ਜਿਹੜੀ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਹੈ ਪਤਾ ਲੱਗ ਜਾਏਗਾ। ਹੁਣ ਸਾਈਜ਼ ਆਫ ਲੇਬਰ ਫੋਰਸ ਦੇ ਵਿੱਚ ਕੀ ਹੈ, ਇਹਦੇ ਵਿੱਚ ਸਿਰਫ ਤੁਹਾਨੂੰ ਪਤਾ ਹੈ ਕਿ 15 ਤੋਂ 65 ਸਾਲ ਦੇ 16 ਤੋਂ 64 ਈਅਰਸ ਦੇ ਪੀਪਲ ਆਉਣਗੇ, ਲੇਕਿਨ ਕਿਹੜੇ ਆਉਣਗੇ ਜਿਹੜੇ ਕੰਮ ਕਰਨ ਦੇ ਲਈ ਤਿਆਰ ਨੇ, ਜਿਹੜੇ ਹੈਲਦੀ ਪਰਸਨਸ ਨੇ, ਜਿਹੜੇ ਇਲ ਨੇ ਉਹਦੇ ਵਿੱਚ ਉਹ ਨਹੀਂ ਆਉਣਗੇ ਠੀਕ ਹੈ। ਤੇ ਜਿਹੜੇ ਵਿਲਿੰਗ ਨਹੀਂਗੇ ਵਰਕ ਕਰਨ ਦੇ ਲਈ ਉਹ ਨਹੀਂ ਆਉਣਗੇ, ਜਿਹੜੇ ਰਿਟਾਇਰਡ ਨੇ ਉਹ ਨਹੀਂ ਆਉਣਗੇ ਠੀਕ ਹੈ। ਤਾਂ ਇਹ ਸਾਰੇ ਜਿਹੜੇ ਦੂਸਰੇ ਪਰਸਨਸ ਨੂੰ ਲੇਬਰ ਫੋਰਸ ਦੇ ਵਿੱਚ ਆਉਣਗੇ ਤੇ ਟੋਟਲ ਕਿੰਨੇ ਨੇ ਜਿਹੜੇ ਰਿਟਾਇਰਡ ਨੇ, ਵਿਲਿੰਗ ਨੇ, ਅਨਵਿਲਿੰਗ ਨੇ, ਸਾਰੇ ਤਰ੍ਹਾਂ ਦੇ ਪੀਪਲ 16 ਤੋਂ 64 ਤੱਕ ਉਹ ਆਉਣਗੇ। ਤਾਂ ਦੋਨਾਂ ਨੂੰ ਡਿਵਾਈਡ ਕਰਾਂਗੇ ਤਾਂ ਜਿਹੜੀ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਆਉਗੀ ਆਪਣਾ ਨਿਕਲ ਆਏਗਾ। The labor force participation rate varies across countries. The overtime for the same countries, it will take gender into account. There could be male labor force participation भी rate भी देख सकते हैं ਆਪਾਂ ਜਿਹੜਾ ਹੈ ਆਪਣਾ फीमेल लेबर फोर्स पार्टिसिपेशन रेट भी देख सकते हैं। तो पर टोटल जड़ियाँ फीमेल्स ने अगर जड़ियाँ एज ग्रुप ऑफ 16 to 64 ईयर्स तक आ रही ने तो जो साइज ऑफ लेबर फोर्स के सिर्फ जड़ियाँ फीमेल्स ने और साइज ऑफ लेबर फोर्स के फीमेल्स को डिवाइड करांगे साइज ऑफ पॉपुलेशन इन द एज ग्रुप ऑफ 16 to 64 ईयर्स ओनली फीमेल्स तो अपन जी लेबर फोर्स जी है ऑफ फीमेल पार्टिसिपेशन रेट वो पता लग जाएगा। इस तरह आप मेल की जी है पार्टिसिपेशन रेट वो भी देख सकते हैं। तो यदा सीगा अपना अनएम्प्लॉयमेंट। तो हुण आप नैक्सट देखते हैं कि ये जी अनएम्प्लॉयमेंट है इन्फ्लेशन रेट जो अपने हुण तक पढ़े है कि वह फ्लिप्स कर्व दे विच की रोल है। फ्लिप्स कर्व्स नेम्ड आफ्टर ए डबल जो फिलिप्स ने कहते हैं अपने फ्लिप्स कर्व के बारे दसिया सीगा
ਕਹਿੰਦੇ ਉਹਨਾਂ ਨੇ ਰਿਲੇਸ਼ਨਸ਼ਿਪ ਦੱਸਿਆ ਬਿਟਵੀਨ ਦਾ ਅਨਇੰਪਲੋਇਮੈਂਟ ਐਂਡ ਇਨਫਲੇਸ਼ਨ। ਹੁਣ ਸਾਨੂੰ ਇਨਫਲੇਸ਼ਨ ਵੀ ਪਤਾ ਹੈ ਕੀ ਹੁੰਦਾ ਹੈ ਤੇ ਅਨਇੰਪਲੋਇਮੈਂਟ ਵੀ ਸਾਨੂੰ ਪਤਾ ਹੈ ਕੀ ਹੁੰਦਾ ਹੈ। ਕਹਿੰਦੇ ਫਲਿਪਸ ਕਰਵ ਦੀ ਹੈਲਪ ਦੇ ਨਾਲ ਆਪਾਂ ਇਨਫਲੇਸ਼ਨ ਤੇ ਅਨਇੰਪਲੋਇਮੈਂਟ ਦੇ ਵਿੱਚ ਰਿਲੇਸ਼ਨ ਦੱਸਾਂਗੇ ਕਿ ਕਿਸ ਤਰ੍ਹਾਂ ਇੱਕ ਦੂਸਰੇ ਨੂੰ ਅਫੈਕਟ ਕਰਦੇ ਨੇ। ਕਹਿੰਦੇ 1958 ਦੇ ਵਿੱਚ ਕਹਿੰਦੇ ਫਿਲਿਪਸ ਨੇ ਯੂਜ਼ ਕੀਤਾ ਸੀ, ਜਿਹੜੇ ਲੰਡਨ ਸਕੂਲ ਆਫ ਇਕਨੋਮਿਕਸ ਦੇ ਪ੍ਰੋਫੈਸਰ ਸੀਗੇ, time series data on the rate of unemployment and rate of increase in nominal wage rate for the United Kingdom for the period of 1861 to 1957 and attempt to establish a relationship। ਤੇ ਇਹਨਾਂ ਦੇ ਵਿੱਚ ਰਿਲੇਸ਼ਨਸ਼ਿਪ ਦੱਸਣ ਦੀ ਗੱਲ ਕੀਤੀ ਸੀ ਕਿ ਅਨਇੰਪਲੋਇਮੈਂਟ ਤੇ ਇਨਫਲੇਸ਼ਨ ਦੇ ਵਿੱਚ। ਕਹਿੰਦੇ ਉਹਨਾਂ ਨੇ ਸਿੰਪਲ ਲਾਈਨਰ ਇਕੁਏਸ਼ਨਸ ਦੱਸੀਆਂ ਜਿਨ੍ਹਾਂ ਦੇ ਥਰੂ ਆਪਾਂ ਇਹਨਾਂ ਦੇ ਵਿੱਚ ਰਿਲੇਸ਼ਨਸ਼ਿਪ ਦੱਸ ਸਕਦੇ ਹਾਂ। ਤਾਂ ਉਹ ਲਾਈਨਰ ਇਕੁਏਸ਼ਨਸ ਕੀ ਹੈ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ। W ठीक है is equal to A minus B Ju। ਤਾਂ ਇੱਥੇ ਕੀ ਆ where W is the rate of wage increases। ਕਹਿੰਦੇ ਇਹ W is the wage rate ਜੋ ਕਿ wage rate ਦੇ ਵਿੱਚ increase ਦੱਸ ਰਿਹਾ ਹੈ is equal to ਕਿਸ ਚੀਜ਼ ਦੇ ਆ A minus B U। ਇੱਥੇ A ਤੇ B ਕੀ ਆ A and B are constants, ਇਹ constant variables ਨੇ and U is the rate of unemployment। ਯੂ ਅਨਇੰਪਲੋਇਮੈਂਟ ਨੂੰ ਦੱਸ ਰਿਹਾ ਹੈ ਐਂਡ W ਆਪਣਾ ਵੇਜ ਰੇਟ ਨੂੰ ਦੱਸ ਰਿਹਾ ਹੈ। ਠੀਕ ਹੈ, ਤਾਂ ਫਿਲਿਪਸ ਕਰਵ ਨੇ ਕੀ ਫਾਊਂਡ ਕੀਤਾ देयर एग्जिस्ट अ स्टेबल एंड इनवर्स रिलेशनशिप बिटवीन द W एंड U ਕਿ W ਤੇ U ਦੇ ਵਿੱਚ ਇਨਵਰਸ ਰਿਲੇਸ਼ਨਸ਼ਿਪ ਆ। A ਤੇ B ਤਾਂ ਕਾਂਸਟੈਂਟ ਨੇ, W ਤੇ U ਦੇ ਵਿੱਚ ਇਨਵਰਸ ਰਿਲੇਸ਼ਨਸ਼ਿਪ ਹੈ। W ਮੀਨਸ ਵੇਜ ਰੇਟ ਐਂਡ U ਮੀਨਸ ਅਨਇੰਪਲੋਇਮੈਂਟ। ਹੁਣ ਇੱਥੇ ਇਨਵਰਸ ਰਿਲੇਸ਼ਨਸ਼ਿਪ ਦਾ ਮਤਲਬ ਕੀ ਆ ਕਿ ਅਗਰ ਵੇਜ ਰੇਟ ਇੰਕਰੀਜ਼ ਹੁੰਦਾ ਹੈ ਤਾਂ ਇਹਦੇ ਨਾਲ ਕੀ ਆ ਇੱਥੇ ਤਾਂ ਪੋਜ਼ਿਟਿਵ ਆ ਗਿਆ, ਵੇਜ ਰੇਟ ਇੰਕਰੀਜ਼ ਹੋਏਗਾ ਤਾਂ ਇਟਸ ਮੀਨਸ ਲੇਬਰ ਦੀ ਜਿਹੜੀ ਡਿਮਾਂਡ ਹੈ ਉਹ ਕੀ ਹੋਏਗੀ ਡਿਕਰੀਜ਼ ਹੋਏਗੀ। ਲੇਬਰ ਦੀ ਡਿਮਾਂਡ ਡਿਕਰੀਜ਼ ਹੋਏਗੀ ਇਟਸ ਮੀਨਸ ਅਨਇੰਪਲੋਇਮੈਂਟ ਕੀ ਹੋਏਗੀ ਇਨਕਰੀਜ਼ ਹੋਏਗੀ। ਤਾਂ ਕਹਿੰਦੇ ਇੱਥੇ ਕੀ ਦੱਸ ਦਿੰਦੇ ਨੇ ਵਿਦ ਦ ਇੰਪਲੀਕੇਸ਼ਨ ਦੈਟ ਲੋਅਰ ਰੇਟ ਆਫ ਅਨਇੰਪਲੋਇਮੈਂਟ ਇਜ਼ ਐਸੋਸੀਏਟਡ ਵਿਦ ਹਾਇਰ ਰੇਟ ਆਫ ਵੇਜ ਇਨਕਰੀਜ਼ਸ। ਕਿ ਜਿਹੜਾ ਹੈ ਲੋਅਰ ਰੇਟ ਆਫ ਅਨਇੰਪਲੋਇਮੈਂਟ ਕਦੋਂ ਹੋਏਗਾ ਜਦੋਂ ਹਾਇਰ ਜਿਹੜਾ ਵੇਜ ਰੇਟ ਹੈ ਉਹ ਇਨਕਰੀਜ਼ ਹੋਏਗਾ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਜਿਵੇਂ ਕਿ ਇੱਥੇ ਫਿਲਿਪਸ ਕਰਵ ਦੀ ਹੈਲਪ ਦੇ ਨਾਲ ਦਿਖਾਇਆ ਗਿਆ ਹੈ। ਕਹਿੰਦੇ ਮੈਨੀ ਇਕੋਨੋਮਿਸਟ ਨੇ ਜਿਹੜੇ ਫੋਲੋ ਕਰਦੇ ਨੇ ਸੂਟ ਐਂਡ ਅਟੈਂਪਟ ਸਿਮਿਲਰ ਐਕਸਪੀਰੀਅੰਸ ਫॉर ਅਦਰ ਕੰਟਰੀਜ਼ ਦੇ ਵਿੱਚ ਵੀ, ਜਿਵੇਂ ਕਿ ਆਪਾਂ ਨੇ ਇੰਡੀਆ ਦੇ ਵਿੱਚ ਦੇਖਿਆ ਹੈ। ਤਾਂ ਉਹਨਾਂ ਨੇ ਬੋਲਿਆ ਹੈ ਕਿ ਸਟੇਬਲ ਰਿਲੇਸ਼ਨਸ਼ਿਪ ਹੈ ਬਿਟਵੀਨ ਦਾ ਰਾਈਜ਼ਿੰਗ ਵੇਜ ਰੇਟ ਐਂਡ ਰਾਈਜ਼ਿੰਗ ਪ੍ਰਾਈਸ ਲੈਵਲ। ਸਟੇਬਲ ਰਿਲੇਸ਼ਨਸ਼ਿਪ ਬਿਟਵੀਨ ਦਾ ਰਾਈਜ਼ ਵੇਜ ਰੇਟ ਐਂਡ ਰਾਈਜ਼ਿੰਗ ਪ੍ਰਾਈਸ ਲੈਵਲ। मतलब जिन्ना प्राइस लेवल इंक्रीज होएगा उन्ना वेज रेट भी की होएगा इंक्रीज होएगा। दिस लीड्स सम इकोनॉमिस्ट टू रिफाइन सिंपल इक्वेशन एस्टिमेटेड बाय फिलिप्स एंड यूज ऑफ इन्फ्लेशन। यूज ऑफ इन्फ्लेशन की गल की है, रेट इन प्राइसिस दे विच इंक्रीज होने की गल की है, इंस्टेंट जिहड़ा वेज रेट है वो भी इंक्रीज होएगा। इन मैनी कॉजेस द स्कैटर ऑफ प्लॉट ऑफ वेरिएबल अपीयर टू बी अ कर्व। जिਵੇਂ कि एक ਜਿਹੜੀ ਕਰਵ ਦਿਖਾਈ ਗਈ ਹੈ ਇੱਕ ਕਨਵੈਕਸ ਟੂ ਔਰਿਜਨ ਦਿਖਾਈ ਗਿਆ, ਲੈਫਟ ਰਾਈਟ ਡਾਊਨਵਰਡ ਦਿਖਾਈ ਗਿਆ ਫਿਲਿਪਸ ਕਰਵ। ਇਹਦੇ ਵਿੱਚ ਕਹਿੰਦੇ ਕੀ ਸਟੱਡੀ ਕੀਤਾ ਗਿਆ ਹੈ ਇਨਵਰਸ ਰਿਲੇਸ਼ਨਸ਼ਿਪ ਬਿਟਵੀਨ ਦਾ ਰੇਟ ਆਫ ਇਨਫਲੇਸ਼ਨ ਐਂਡ ਰੇਟ ਆਫ ਇੰਪਲੋਇਮੈਂਟ। ਕਿ ਇਨਫਲੇਸ਼ਨ ਤੇ ਜਿਹੜਾ ਆਪਣਾ ਰੇਟ ਆਫ ਇੰਪਲੋਇਮੈਂਟ ਆ ਉਹਦੇ ਵਿੱਚ ਇਨਵਰਸ ਰਿਲੇਸ਼ਨਸ਼ਿਪ ਹੈ। ਇੱਥੇ W ਨੂੰ ਇੱਥੇ ਇਹਨਾਂ ਨੇ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਲਿੱਤਾ ਹੈ, मीनस वेज रेट लेता है प्राइसिस लेता है क्योंकि वेज रेट ते प्राइसिस दे विच डायरेक्ट रिलेशनशिप हुंदा है। अगर वेज रेट इंक्रीज हुंदा प्राइसिस इंक्रीज हुंदे ने तां इट्स मीनस वेज रेट भी की हुंदा है इंक्रीज हुंदा है। तां इत्थे बोलिया गया W ਨੂੰ इन्फ्लेशन लिखता गया कि इन्फ्लेशन ते जिहड़ा अनएम्प्लॉयमेंट है इहदे विच इनवर्स रिलेशनशिप है विद द हेल्प ऑफ फिलिप्स कर्व। जिमें कि कहते रेट ऑफ इन्फ्लेशन एंड द रेट ऑफ अनएम्प्लॉयमेंट द फिलिप्स कर्व सून बिकम इंपॉर्टेंट टू पॉलिसी एनालिसिस। पॉलिसी इंप्लीकेशंस ਦੇ ਵਿੱਚ ਵੀ ਫਿਲਿਪਸ ਕਰਵ ਨੂੰ ਯੂਜ਼ ਕੀਤਾ ਗਿਆ ਹੈ। ਇਹਦਾ ਰਿਜ਼ਲਟ ਕੀ ਹੈ ਐਨ ਇਕਨੋਮੀ ਕੈਨ ਨਾਟ ਹੈਵ ਬੋਥ ਲੋ ਇਨਫਲੇਸ਼ਨ ਐਂਡ ਲੋ ਅਨਐਮਪਲੋਇਮੈਂਟ ਸਿਮultaneously। ਕਹਿੰਦੇ ਇਹ ਨਹੀਂ ਹੋ ਸਕਦਾ ਕਿ ਇੱਕ पॉलिसी के थ्रू अनएम्प्लॉयमेंट ते इन्फ्लेशन दोनों को डिक्रीज किया जा सके। कहते ऐसा नहीं हो सकता, इन्फ्लेशन इंक्रीज होएगा तो अनएम्प्लॉयमेंट की डिक्रीज होएगी, इन्फ्लेशन डिक्रीज होएगा तो अनएम्प्लॉयमेंट इंक्रीज होएगी। तो इतने तुसी देख सकते हो टिपिकल फिलिप्स कर्व के हेल्प के नाल आपां नूं दिखाया गया है। सपोज कहते इकोनॉमी दे विच अपरेट हो रहा है, प्रोडक्शनस हो रही है, इत्थे ओ एक्स
ਅਕਸ਼ ਤੇ ਇਸ ਡਾਇਗਰਾਮ ਦੇ ਵਿੱਚ ਕੀ ਆ ਅਨਇੰਪਲੋਇਮੈਂਟ ਰੇਟ ਲਿਖਤਾ ਹੋਇਆ ਐਂਡ ਉਹ ਵਾਈ ਤੇ ਇਨਫਲੇਸ਼ਨ ਰੇਟ ਲਿਖਤਾ ਹੋਇਆ ਹੈ ਤਾਂ ਇਹਨਾਂ ਦੇ ਵਿੱਚ ਕੀ ਆ ਇਨਵਰਸ ਰਿਲੇਸ਼ਨਸ਼ਿਪ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਨਵਰਸ ਰਿਲੇਸ਼ਨਸ਼ਿਪ ਤਾਂ ਜਿਹੜੀ ਆਪਣੀ ਫਲਿਪਸ ਕਰਵ ਹੈ ਕਿ ਲੈਫਟ ਰਾਈਟ ਡਾਊਨਵਰਡ ਹੈ ਤਾਂ ਡਿਊਰਿੰਗ ਦਾ ਕਹਿੰਦੇ 1960 ਦੀ ਗੱਲ ਕੀਤੀ ਗਈ ਹੈ ਕਹਿੰਦੇ ਫਲਿਪਸ ਕਰਵ ਕੰਸੀਡਰਡ ਟੂ ਬੀ ਐਨ ਇੰਪੋਰਟੈਂਟ ਟੂਲ ਆਫ ਪਾਲਿਸੀ ਐਨਾਲਿਸਿਸ ਕਹਿੰਦੇ ਜਦੋਂ ਆਪਣਾ ਫਲਿਪਸ ਕਰਵ ਤੇ 2 ਪੁਆਇੰਟਸ ਨੇ A ਐਂਡ B ਕਹਿੰਦੇ ਜਦੋਂ ਆਪਣਾ ਇਨਫਲੇਸ਼ਨ ਜ਼ਿਆਦਾ ਸੀਗਾ ਇਨਫਲੇਸ਼ਨ ਆਪਣਾ ਕਿੰਨਾ ਸੀਗਾ ਪਾਈ 2 ਸੀ ਪਾਈ 2 ਇਨਫਲੇਸ਼ਨ ਰੇਟ ਸੀਗਾ ਉਦੋਂ ਅਨਇੰਪਲੋਇਮੈਂਟ ਰੇਟ ਆਪਣਾ ਕਿੰਨਾ ਸੀਗਾ U2 ਸੀਗਾ ਅਨਇੰਪਲੋਇਮੈਂਟ ਮੀਨਸ ਕੀ ਸੀ ਘੱਟ ਸੀਗੀ ਜਦੋਂ ਕਹਿੰਦੇ ਇਨਫਲੇਸ਼ਨ ਰੇਟ ਆ ਜਿਹੜਾ ਡਾਊਨ ਹੋ ਗਿਆ ਵਾਈ ਪਾਈ 1 ਹੋ ਗਿਆ ਆਪਣੀ ਅਨਇੰਪਲੋਇਮੈਂਟ ਕੀ ਹੋਗੀ ਇਨਕਰੀਜ਼ ਹੋਗੀ ਤਾਂ ਦੂਸਰੀ ਤਰਫ ਵੀ ਦੇਖ ਸਕਦੇ ਆਪਾਂ B ਤੋਂ A ਪੁਆਇੰਟ ਤੇ ਕੀਆਂ ਕਨਵਰਟ ਹੋਈਆਂ ਕਿ ਪਹਿਲਾ A ਪੁਆਇੰਟ ਤੇ ਇਕੁਇਲਿਬ੍ਰੀਅਮ ਹੈ ਮਤਲਬ ਜਿਹੜਾ ਹੈ ਆਪਣਾ ਇਨਫਲੇਸ਼ਨ ਰੇਟ ਉਹ ਪਾਈ 1 ਸੀਗਾ ਉਦੋਂ ਅਨਇੰਪਲੋਇਮੈਂਟ ਕੀ ਸੀ ਬਹੁਤ ਜ਼ਿਆਦਾ ਸੀਗੀ U1 ਸੀਗੀ ਜਦੋਂ ਇਨਫਲੇਸ਼ਨ ਇਨਕਰੀਜ਼ ਹੋ ਗਿਆ ਇਨਫਲੇਸ਼ਨ ਇਨਕਰੀਜ਼ ਹੋ ਕੇ ਪਾਈ 1 ਤੋਂ ਪਾਈ 2 ਹੋ ਗਿਆ ਤਾਂ ਜਿਹੜੀ ਅਨਇੰਪਲੋਇਮੈਂਟ ਉਹ ਕੀ ਹੋਗੀ ਡਿਕਰੀਜ਼ ਹੋਗੀ U1 ਤੋਂ U2 ਹੋਗੀ ਤਾਂ ਕਿਉਂ ਡਿਕਰੀਜ਼ ਹੋਈ ਇਨਫਲੇਸ਼ਨ ਇਨਕਰੀਜ਼ ਹੋਣ ਦੇ ਨਾਲ ਅਨਇੰਪਲੋਇਮੈਂਟ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਨਫਲੇਸ਼ਨ ਇਨਕਰੀਜ਼ ਹੋਏਗਾ ਤਾਂ ਇਨਫਲੇਸ਼ਨ ਇਨਕਰੀਜ਼ ਹੋਣ ਦੇ ਨਾਲ ਕਿ ਆਪਣੀਆਂ ਜਿਹੜੀਆਂ ਪ੍ਰਾਈਸਿਸ ਨੇ ਉਹ ਹਾਈ ਹੁੰਦੀਆਂ ਨੇ ਤਾਂ ਪ੍ਰਾਈਸਿਸ ਹਾਈ ਕਿਉਂ ਹੁੰਦੀਆਂ ਨੇ ਕਿਉਂਕਿ ਐਗਰੀਗੇਟ ਡਿਮਾਂਡ ਜ਼ਿਆਦਾ ਹੁੰਦੀ ਹੈ ਤਾਂ ਐਗਰੀਗੇਟ ਡਿਮਾਂਡ ਜ਼ਿਆਦਾ ਹੋਏਗੀ ਤਾਂ ਇਟਸ ਮੀਨਸ ਜਿਹੜੇ ਪ੍ਰੋਡਿਊਸਰਸ ਨੇ ਬਿਜ਼ਨਸ ਕਲਾਸ ਆ ਉਹਨਾਂ ਨੂੰ ਕੀ ਆ ਬੈਨੀਫਿਟ ਹੈ ਪ੍ਰੋਫਿਟ ਉਹਨਾਂ ਨੂੰ ਜ਼ਿਆਦਾ ਹੈ ਤਦੋਂ ਕੀ ਆ ਸਪਲਾਈ ਨੂੰ ਇਨਕਰੀਜ਼ ਕਰਨਗੇ ਇਨਵੈਸਟਮੈਂਟ ਜ਼ਿਆਦਾ ਕਰਨਗੇ ਅਕੋਰਡਿੰਗ ਟੂ ਕੇਨਸ ਤਾਂ ਇਨਵੈਸਟਮੈਂਟ ਕਰਨ ਦੇ ਨਾਲ ਜਿਹੜੀ ਹੈ ਆਪਣੀ ਪ੍ਰੋਡਕਸ਼ਨ ਉਹਨਾਂ ਨੇ ਉਹਨੂੰ ਇਨਕਰੀਜ਼ ਕਰਨਾ ਹੈ ਇਨਵੈਸਟਮੈਂਟ ਕਰਕੇ ਤਾਂ ਲੇਬਰ ਦੀ ਡਿਮਾਂਡ ਕੀ ਆ ਜ਼ਿਆਦਾ ਕਰਨਗੇ ਤਾਂ ਲੇਬਰ ਦੀ ਡਿਮਾਂਡ ਜ਼ਿਆਦਾ ਹੋਏਗੀ ਤਾਂ ਜਿਹੜੀ ਇੰਪਲੋਇਮੈਂਟ ਆ ਉਹ ਇਨਕਰੀਜ਼ ਹੋਏਗੀ ਇਨਫਲੇਸ਼ਨ ਵਧਣ ਦੇ ਨਾਲ ਤੇ ਅਨਇੰਪਲੋਇਮੈਂਟ ਡਿਕਰੀਜ਼ ਹੋਏਗੀ ਤਦੇ ਕਹਿੰਦੇ ਇਨਫਲੇਸ਼ਨ ਇਨਕਰੀਜ਼ ਹੋਣ ਦੇ ਨਾਲ ਅਨਇੰਪਲੋਇਮੈਂਟ ਡਿਕਰੀਜ਼ ਹੋਗੀ ਕਿਉਂਕਿ ਆਪਾਂ ਨੇ ਪ੍ਰੋਡਕਸ਼ਨ ਵੀ ਇਨਕਰੀਜ਼ ਕਰਨੀ ਹੈ ਐਗਰੀਗੇਟ ਡਿਮਾਂਡ ਜਿੰਨੀ ਇਨਕਰੀਜ਼ ਹੋਈ ਕਿਉਂਕਿ ਪ੍ਰੋਫਿਟ ਜ਼ਿਆਦਾ ਹੋ ਰਿਹਾ ਹੈ ਤਾਂ ਤਦ ਕੀ ਕਹਿੰਦੇ ਫਿਲਿਪਸ ਕਰਵ ਸਾਨੂੰ ਦੱਸਦੀ ਹੈ ਕਿ ਇਨਫਲੇਸ਼ਨ ਤੇ ਜਿਹੜੀ ਆਪਣੀ ਅਨਇੰਪਲੋਇਮੈਂਟ ਉਹਨਾਂ ਦੇ ਵਿੱਚ ਕੀ ਆ ਇਨਵਰਸ ਰਿਲੇਸ਼ਨਸ਼ਿਪ ਹੈ ਤਦ ਕਹਿੰਦੇ ਇੱਥੇ ਕੀ ਗੱਲ ਕੀਤੀ ਗਈ ਆ ਕਹਿੰਦੇ ਅਗਰ ਹਾਈ ਅਨਇੰਪਲੋਇਮੈਂਟ ਇਹ ਹਾਈ ਅਨਇੰਪਲੋਇਮੈਂਟ ਹੈ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਹੈ ਤਾਂ ਗਵਰਨਮੈਂਟ ਨੂੰ ਕਹਿੰਦੇ ਕੀ ਫੋਲੋ ਕਰਨਾ ਚਾਹੀਦਾ ਹੈ ਐਕਸਪੈਂਸ਼ਨਰੀ ਜਿਹੜੀ ਮੋਨਿਟਰੀ ਪਾਲਿਸੀ ਆ ਉਹ ਯੂਜ਼ ਕੀਤੀ ਜਾਣੀ ਚਾਹੀਦੀ ਆ which leaves more money ਜਿਹਦੇ ਥਰੂ ਆਪਣੀ ਇਕਨੋਮੀ ਦੇ ਵਿੱਚ ਮੋਰ ਮਨੀ ਡਿਸਟ੍ਰੀਬਿਊਟ ਕਰਨੀ ਚਾਹੀਦੀ ਹੈ ਸਪਲਾਈ ਕਰਨੀ ਚਾਹੀਦੀ ਆ ਜਿਹਦੇ ਥਰੂ ਪੀਪਲਸ ਦੇ ਹੱਥਾਂ ਦੇ ਵਿੱਚ ਜਿਹੜੀ ਆ ਮਨੀ ਉਹ ਜ਼ਿਆਦਾ ਆਉਂਦੀ ਆ ਤੇ ਪੀਪਲਸ ਨੇ ਜਿਹੜੇ ਉਹ ਐਗਰੀਗੇਟ ਡਿਮਾਂਡ ਜ਼ਿਆਦਾ ਕਰਦੇ ਨੇ ਜਿਹਦੇ ਥਰੂ ਆਪਣੀ ਕੀ ਪ੍ਰਾਈਸਿਸ ਵੀ ਆਈ ਹੁੰਦੀਆਂ ਨੇ ਤੇ ਦੂਸਰੀ ਤਰਫ ਇਨਵੈਸਟਮੈਂਟ ਵੀ ਜ਼ਿਆਦਾ ਹੁੰਦੀ ਹੈ ਐਗਰੀਗੇਟ ਸਪਲਾਈ ਵੀ ਇਨਕਰੀਜ਼ ਹੁੰਦੀ ਹੈ ਤਾਂ ਐਗਰੀਗੇਟ ਸਪਲਾਈ ਇਨਕਰੀਜ਼ ਹੋਣ ਦੇ ਨਾਲ ਜਿਹੜੀ ਲੇਬਰ ਦੀ ਡਿਮਾਂਡ ਆ ਉਹ ਵੀ ਇਨਕਰੀਜ਼ ਹੁੰਦੀ ਹੈ ਮੀਨਸ ਇੰਪਲੋਇਮੈਂਟ ਵੀ ਕੀ ਆ ਇਨਕਰੀਜ਼ ਹੁੰਦੀ ਆ दूसरी तरफ कहते अगर जी है कॉन्ट्रैक्शनरी इकनॉमिक पॉलिसी यूज की जाती है तो कॉन्ट्रैक्शनरी इकनॉमिक पॉलिसी के थ्रू की अपना जो इनफ्लेशन रेट आ रिड्यूस होता क्योंकि मनी की सप्लाई है जी डिक्रीज हो जाती है इकॉनमी के मनी की सप्लाई डिक्रीज होने करके लोगों के हथों में पैसा घट जाता है तो एग्रीगेट डिमांड की घट करते हैं तो एग्रीगेट डिमांड घट होने एग्रीगेट सप्लाई तो अपनी उन्नी पहला जिन्नी रही डिमांड घटन के प्राइसिस किने घट जाते हैं तो प्राइसिस घटन के जोड़े अपने प्रोड्यूसरस ने वो प्रोडक्शन करनी घट कर देंगे ने तो प्रोडक्शन घट कर देंगे ने तो इट्स मीनस लेबर की डिमांड घट जाती है मीनस अनइंपलॉयमेंट है जी इनक्रीज हो जाती है जिदा कहते अपनी इकॉनमी की जी सोशल सिचुएशन है वो ज़्यादा इफेक्ट पैदा है अनइंपलॉयमेंट भी इनक्रीज हो जाती है तो दूसरी तरफ अपनी इनकम का भी लॉस होता है दूसरी तरफ जो सोशल इशूज ने पॉलिटिकल पार्टीज की अनस्टेबिलिटी वो भी की हो जाती है इनक्रीज हो जाती है ठीक है तब की होंगे कहते दस कहते बिलीव दैट देयर वाज अ ट्रेड ऑफ बिटवीन इनफ्लेशन एंड अनइंपलॉयमेंट ता अनइंपलॉयमेंट ते इनफ्लेशन दे विच ट्रेड ऑफ होंदी है कि गवर्नमेंट ने की चूज करना है इनफ्लेशन इनक्रीज करके अपना जो है अनइंपलॉयमेंट डिक्रीज करना है या इनफ्लेशन डिक्रीज करके अनइंपलॉयमेंट को इनक्रीज करना तो दोनों के थ्रू ये मॉनेटरी पॉलिसी के थ्रू की होगी ट्रेड ऑफ होगी कहते ड्यूरिंग 1970 and early 1980 however such a belief goal shatters
the perceptions of Phillips curve did not work to all कहते सारे economies ਦੇ ਵਿੱਚ ਜਿਹੜੀ Phillips curve है work same नहीं करती economics suffered from both high inflation and high unemployment ਕਹਿੰਦੇ economy ਦੋ ਹੀ ਚੀਜ਼ਾਂ suffer ਕਰਦੀ ਹੈ high inflation ਤੇ high unemployment ਵੀ ਕਹਿੰਦੇ unemployment increased there is a lower level of output कहते जो अनएम्पलॉयमेंट इंक्रीज होंगी है तो लोअर लैवल ऑफ की होंगे आउटपुट होंगी है स्टैगनेशन की प्रॉब्लम आती है इकनॉमिक ग्रोथ अपनी घट जाती है डेवलपमेंट में घट जाती है अपनी अगर कहते दूसरी तरफ इन्फ्लेशन हाई होता है तो जी पॉवर्टी है वो भी इंक्रीज होती है ठीक है एंड प्राइसिस वगैरह बहुत ज़्यादा हाई हो जाते हैं स्टैगनेशन की सिचुएशन है जी वो आ जाती है तो दिस इज अ फिलिप्स कर्व जो सानू दसदी है रिलेशनशिप बिटवीन द इन्फ्लेशन एंड अनएम्पलॉयमेंट ਤੇ ਉਸ ਤੋਂ ਬਾਅਦ ਆਪਣਾ ਨੈਕਸਟ ਹੈ ਨੈਚੁਰਲ ਰੇਟ ਆਫ ਅਨਇੰਪਲੋਇਮੈਂਟ ਨੈਚੁਰਲ ਰੇਟ ਆਫ ਅਨਇੰਪਲੋਇਮੈਂਟ ਹੁੰਦਾ ਕਿ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨਸ ਦੇ ਵਿੱਚ ਵੀ ਕਈ ਵਾਰ ਸਾਡੀ ਇਕਨੋਮੀ ਦੇ ਵਿੱਚ ਜਿਹੜੀ ਹੈ ਅਨਇੰਪਲੋਇਮੈਂਟ ਪਾਈ ਜਾਂਦੀ ਹੈ ਕਹਿੰਦੇ ਕੈਨ ਇਟ ਬੀ ਅਟੇਨਡ ਕਹਿੰਦੇ ਪਤਾ ਲਗਾ ਸਕਦੇ ਆਪਾਂ ਨੂੰ ਕਹਿੰਦੇ ਆਪਾਂ ਮੋਸਟਲੀ ਕਹਿੰਦੇ ਆ ਕਿ ਆਪਣੀ ਇਕਨੋਮੀ ਦੇ ਵਿੱਚ ਜ਼ੀਰੋ ਅਨਇੰਪਲੋਇਮੈਂਟ ਹੈ ਮੀਨਸ ਅਗਰ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਹੈ ਤਾਂ ਜ਼ੀਰੋ ਅਨਇੰਪਲੋਇਮੈਂਟ ਹੈ मीनस कोई भी परसन अनइंप्लॉयड नहीं होता लेकिन ऐसा नहीं होंगे कहते फुल इंप्लॉयमेंट की सिचुएशन भी कहते इनपरफेक्ट मार्केट सिचुएशन अनइंप्लॉयमेंट पॉलिसीज पाई जाती है कहते क्योंकि रिजिडिटीज इन वेज एंड प्राइसिस होंगे एंड वेरियस फ्रिक्शनस होंगे ने इकॉनमी के जिदे करके फ्रिक्शनल अनइंप्लॉयमेंट पाई जाती है जीरो अनइंप्लॉयमेंट भी कहते सम वर्कर्स जिमें कि आपने टाइप्स किए हैं फ्रिक्शनल अनइंप्लॉयमेंट स्ट्रक्चरल अनइंप्लॉयमेंट क्लासिकल अनइंप्लॉयमेंट दिस इज द टाइप्स ऑफ जीरो अनइंप्लॉयमेंट कि जीरो अनइंप्लॉयमेंट के भी इस तरह की जी इंप्लॉयमेंट है वो पाई जाती है स्ट्रक्चरल अनइंप्लॉयमेंट के कहते मिसमैच होंगे बिटवीन द स्किल्स रिक्वायर्ड एंड स्किल्स सप्लाई कि किन्नी स्किल्स कि स्किल्स की सप्लाई की जाती है लेकिन रिक्वायर्ड कि स्किल्स ने जिद करके कहते परसनस को जॉब नहीं मिलती फ्रिक्शनल अनइंप्लॉयमेंट कहते कि वन जॉब तो हट के जो सैकेंड जॉब की सर्च के परसन चाहते हैं तो उन्होंने कई टाइम लैक होंगे जो नवी जॉब सर्च करने दैट इज अ फ्रिक्शनल अनइंप्लॉयमेंट एंड क्लासिकल जो है अपना साइक्लिकल अनइंप्लॉयमेंट दैट इज अ बिजनेस साइकल्स के जो है रीजन होंगे जिदा अनइंप्लॉयमेंट का बूम एंड रिसैशन के टाइम पीरियड कहते दिस इज अ नैचुरल रेट ऑफ अनइंप्लॉयमेंट जी इंप्लॉयमेंट फुल इंप्लॉयमेंट की सिचुएशन पाई जाती है जिन्होंने आप जीरो इंप्लॉयमेंट के फेस के भी की कह सकते हैं कहते द एस्टीमेट नैचुरल रेट ऑफ अनइंप्लॉयमेंट का एस्टीमेट की होंगे मोस्टली 3.5 तो 4.5% कहते हर एक जी है अपनी कंट्री के पाई जाती है एंड दूसरा है अपना एक्सपैक्टेशंस इन इकनॉमिक्स मोस्टली देखो इकॉनमी अपनी इकनॉमिक एक्टिविटीज के नाल रिलेट करती है इनकम डिस्ट्रीब्यूशनस के नाल रिलेट करती है कहते ये एक्सपैक्टेशंस होंदियां ने फ्यूचर एक्सपैक्टेशंस होंदियां ने जिन्हां दे अकॉर्डिंग्स कहते आपां डिसीजनस लैंदे आ फ्यूचर एक्सपैक्टेशंस कहते डिसीजन मेकिंग दे विच की मेन रोल प्ले करदियां ने कहते ड्यूरिंग जिवें कि आपां मोस्टली आपां भी नॉर्मल लाइफ दे विच एक्सपैक्ट करते हैं जिवें कि रेनी सीजनस दे विच अगर की क्लाउड्स ने दिन आपां कह दिंदे कि रेन आएगी अगर तो रेन आ जाती है तो आपां नूं हुंदा है कि हाँ आपां एक्चुअल दे विच जो सोच रहे सी उही होया दिस इज अ अडैप्टिव एक्सपैक्टेशंस अगर कहते रेन नहीं आई सिर्फ क्लाउड सी ते दूसरे दिन अपना सनराइज हो गया तो इट्स मीनस अपना किया ये प्रॉपर सही अंदाजा नहीं सी अडैप्टिव एक्सपैक्टेशंस कहेंगे कि जिवें आपां सोचते सी वो नहीं होया लेकिन जो अपना होंगे दूसरा जो है अपना जी है एक्सपैक्टेशंस ने टू टाइप दी आप पढ़ांगे अडैप्टिव एंड दूसरा अपन जड़ियाँ है ने एक्सपैक्टेशन रैशनल एक्सपैक्टेशंस जिहदे आप जो सोचते हैं उस तरह ही होंगे है तो एक्सपैक्टेशंस कहते मोस्टली आप एक्सपैक्टेशन से थ्रू ही चलानी है जो अपने प्रोड्यूसर्स ने बिजनेस फर्म्स ने वो भी एक्सपैक्ट करके ही कर दिया ने प्रोडक्शंस कर दिया ने तो जो अपनी गवर्नमेंट है वो भी की कर दिया जिहड़ियां पॉलिसीज ने वो भी एक्सपैक्टेशन से थ्रू ही इनक्रीज कर रही चाहे एग्रीकल्चर नाल रिलेटेड है चाहे इंडस्ट्री नाल रिलेटेड है कि अगर आप ये पॉलिसी यूज करांगे तो इन फ्यूचर्स के विच एग्रीकल्चर प्रोडक्शन ज़्यादा हो जाएगी एग्रीकल्चर प्रोडक्शन के प्राइसिस ये हो जाएंगे ठीक है ਜਾਂ इन फ्यूचर्स ਜੇ ਆਪਾਂ 1 ਈਅਰਸ ਦੇ ਵਿੱਚ ਐਨੇ ਗੁੱਡਸ ਪ੍ਰੋਡਿਊਸ ਕਰਾਂਗੇ ਤਾਂ ਆਪਣੀ ਇਹਨਾਂ ਤੇ ਕਾਸਟ ਐਨੀ ਆਏਗੀ ਤੇ ਪ੍ਰਾਈਸ ਆਪਣਾ ਐਨਾ ਹੈ ਤੇ ਆਪਣਾ ਪ੍ਰੋਫਿਟ ਐਨਾ ਹੋਏਗਾ ਜਾਂ ਫਿਰ ਕਹਿੰਦੇ ਬਿਜ਼ਨਸ ਕਲਾਸਿਸ ਦੇ ਵਿੱਚ ਕੀ ਸੋਚਿਆ ਜਾਂਦਾ ਹੈ ਕਿ ਆਉਣ ਵਾਲੇ ਫਿਊਚਰਸ ਦੇ ਵਿੱਚ ਕੀ ਆ ਇਸ ਪ੍ਰੋਡਕਟਸ ਦੀ ਡਿਮਾਂਡ ਜ਼ਿਆਦਾ ਹੋਏਗੀ ਤਾਂ ਆਪਾਂ
ਹੁਣ ਪ੍ਰੈਜ਼ੈਂਟ ਦੇ ਵਿੱਚ ਉਸ ਪ੍ਰੋਡਕਟਸ ਤੇ ਜ਼ਿਆਦਾ ਇਨਵੈਸਟ ਕਰਦੇ ਆ ਤੇ ਉਹਦੀ ਪ੍ਰੋਡਕਸ਼ਨ ਜ਼ਿਆਦਾ ਕਰਨੀ ਸਟਾਰਟ ਕਰ ਦਿੰਦੇ ਆ, ਜਾਂ ਫਿਰ ਫਿਊਚਰਸ ਦੇ ਵਿੱਚ ਪ੍ਰਾਈਸਿਸ ਘੱਟ ਹੋਣਗੀਆਂ, ਹੁਣ ਜ਼ਿਆਦਾ ਪ੍ਰੋਡਕਸ਼ਨ ਆਪਾਂ ਨੂੰ ਘਟਾਉਣੀ ਚਾਹੀਦੀ ਆ, ਠੀਕ ਹੈ। ਜਾਂ ਫਿਰ ਫਿਊਚਰ ਪੇਮੈਂਟਸ ਰਿਸਿਪਟ ਸਾਡੀ ਕਿਸ ਤਰ੍ਹਾਂ ਦੀਆਂ ਹੋਣਗੀਆਂ, ਮੀਨਸ ਫਿਊਚਰਸ ਨੂੰ ਦੇਖਦੇ ਹੋਏ ਆਪਾਂ ਆਪਣਾ ਜਿਹੜਾ ਬਿਜ਼ਨਸ ਹੈ ਉਹਨੂੰ ਅੱਗੇ ਚਲਾਉਂਦੇ ਆ, ਜਾਂ ਫਿਰ ਆਪਣੀਆਂ ਸੈਲਰੀਜ਼ ਨੂੰ ਦੇਖ ਕੇ ਜਿਹੜੇ ਆਪਣੇ ਕੰਜ਼ਿਊਮਰ ਕਲਾਸ ਹੈ, ਹਾਊਸ ਹੋਲਡ ਸੈਕਟਰ ਹੈ, ਕਿ ਇਨ ਫਿਊਚਰਸ ਮੇਰੀ ਸੈਲਰੀਜ਼ ਇਨਕਰੀਜ਼ ਹੋਏਗੀ ਜਾਂ ਡਿਕਰੀਜ਼ ਹੋਏਗੀ, ਉਸ ਨੂੰ ਦੇਖ ਕੇ ਕੰਜ਼ੰਪਸ਼ਨ ਦਾ ਸੇਵਿੰਗ ਕਰਦੇ ਨੇ। ਅਗਰ ਸੈਲਰੀਜ਼ ਇਨਕਰੀਜ਼ ਹੋਏਗੀ ਤਾਂ ਉਹ ਆਪਣੀ ਕੰਜ਼ੰਪਸ਼ਨ ਜ਼ਿਆਦਾ ਕਰਦੇ ਨੇ, ਸੇਵਿੰਗ ਘੱਟ ਕਰਦੇ ਨੇ। ਅਗਰ ਡਿਕਰੀਜ਼ ਹੋਏਗੀ, ਪ੍ਰਾਈਸਿਸ ਹਾਈ ਹੋਣਗੀਆਂ, ਤਾਂ ਇਟਸ ਮੀਨਸ ਉਹ ਆਪਣੀ ਪ੍ਰੈਜ਼ੈਂਟ ਕੰਜ਼ੰਪਸ਼ਨ ਨੂੰ ਘਟਾਉਂਦੇ ਨੇ, ਸੇਵਿੰਗ ਨੂੰ ਵਧਾਉਂਦੇ ਨੇ, ਠੀਕ ਹੈ। ਕਹਿੰਦੇ ਫਿਊਚਰਸ ਐਕਸਪੈਕਟੇਸ਼ਨਸ ਨੂੰ ਦੇਖਦੇ ਹੋਏ ਕਹਿੰਦੇ ਜਿਹੜਾ ਇਕਨੋਮਿਕ ਬਿਹੇਵੀਅਰ ਹੈ ਉਹ ਕੀਤਾ ਜਾਂਦਾ ਹੈ, ਚਾਹੇ ਪ੍ਰੋਡਿਊਸਰਸ ਦੇ ਥਰੂ ਚਾਹੇ ਕੰਜ਼ਿਊਮਰਸ ਦੇ ਥਰੂ, ਫੋਲ ਆਪਣੀ ਇਕਨੋਮੀ ਦੇ ਥਰੂ। ਕਹਿੰਦੇ ਕੇਨਸ ਕੀ ਕਹਿੰਦੇ ਨੇ, Keynes speaks about expectations of peoples, but he does not include it in his analysis. ਕਹਿੰਦੇ formal treatment of expectation in economy theory, however, begin in 1950. There are two important hypotheses of expectations, टू ਜਿਹੜੇ ਹੈ ਇੰਪੋਰਟੈਂਟ ਹਾਈਪੋਥੀਸਿਸ ਨੇ ਐਕਸਪੈਕਟੇਸ਼ਨ ਦੇ। ਫਰਸਟ ਇਜ਼ ਅਡੈਪਟਿਵ ਐਕਸਪੈਕਟੇਸ਼ਨ ਹੁੰਦੀ ਹੈ, ਸੈਕੰਡ ਇਜ਼ ਦਾ ਰੈਸ਼ਨਲ ਐਕਸਪੈਕਟੇਸ਼ਨਸ। ਤਾਂ ਅਡੈਪਟਿਵ ਐਕਸਪੈਕਟੇਸ਼ਨ ਦੇ ਵਿੱਚ ਕੀ ਹੁੰਦਾ, ਕਹਿੰਦੇ ਇਹਦੇ ਵਿੱਚ ਕਹਿੰਦੇ ਟੂ ਹਾਈਪੋਥੀਸਿਸ ਹੁੰਦੇ ਨੇ, ਅਡੈਪਟਿਵ ਐਕਸਪੈਕਟੇਸ਼ਨਸ ਦੇ ਵਿੱਚ ਕਹਿੰਦੇ ਐਂਡ ਰੈਸ਼ਨਲ ਐਕਸਪੈਕਟੇਸ਼ਨਸ ਦੇ ਵਿੱਚ। ਫਰਸਟ ਨਹੀਂ ਕਹਿੰਦੇ ਅਡੈਪਟਿਵ ਐਕਸਪੈਕਟੇਸ਼ਨਸ ਦੇਖਦੇ ਆ, ਕਹਿੰਦੇ ਇਹ ਉਹ ਹੁੰਦੀ ਆ ਫॉर एग्जांपल जो ਆਪਾਂ ਅਸਿਊਮ ਕਰਦੇ ਆ ਕਿ ਫਿਊਚਰਸ ਦੇ ਵਿੱਚ ਇਹ ਹੋਏਗਾ, ਪਾਸਟ ਨੂੰ ਦੇਖਦੇ ਹੋਏ, ਇਹਦੇ ਵਿੱਚ ਆਪਾਂ ਪਾਸਟ ਨੂੰ ਦੇਖਦੇ ਹੋਏ ਆਪਣੇ ਫਿਊਚਰਸ ਨੂੰ ਜੱਜ ਕਰਦੇ ਆ ਕਿ ਪਾਸਟ ਦੇ ਵਿੱਚ ਇਹ ਹੋਇਆ ਸੀ, ਫਿਊਚਰ ਦੇ ਵਿੱਚ ਇਹ ਹੋਏਗਾ। ਕਹਿੰਦੇ ਇਹਦੇ ਵਿੱਚ ਕੀ ਹੁੰਦਾ, ਪ੍ਰੋਪਰ ਐਕੂਰੇਟ ਆਪਾਂ ਨੂੰ ਨਹੀਂ ਪਤਾ ਲੱਗਦਾ, ਆਪਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਦਾ, ਸ਼ਾਰਟ ਰਨ ਦੇ ਵਿੱਚ ਨਹੀਂ ਪਤਾ ਲੱਗਦਾ ਕਿ ਇਸ ਚੀਜ਼ ਦਾ ਰੀਜ਼ਨ ਕੀ ਹੈ। ਇਨ ਫਿਊਚਰਸ ਦੇ ਵਿੱਚ ਆਪਾਂ ਰੀਅਲ ਉਤਰਦੇ ਹਾਂ, ਆਪਾਂ ਨੂੰ ਪਤਾ ਲੱਗਦਾ ਹੈ ਕਿ ਹਾਂ ਇਸ ਚੀਜ਼ ਦਾ ਰੀਜ਼ਨ ਇਹ ਸੀਗਾ ਲੌਂਗ ਰਨ ਦੇ ਵਿੱਚ। ਕਹਿੰਦੇ ਅਡੈਪਟਿਵ ਐਕਸਪੈਕਟੇਸ਼ਨਸ ਟੇਕ ਇਨਟੂ ਅਕਾਊਂਟ ਪਾਸਟ ਬਿਹੇਵੀਅਰ ਆਫ ਦ ਵੇਰੀਏਬਲ। ਸਪੋਜ਼ ਪ੍ਰਾਈਸ ਲੈਵਲ ਫॉर द टाइम पीरियड टीज पीटी, ਕਿਸੇ ਟਾਈਮ ਪੀਰੀਅਡ ਦੇ ਵਿੱਚ ਪ੍ਰਾਈਸ ਇੰਨਾ ਸੀ, ਤਾਂ ਆਪਾਂ ਉਸ ਤੋਂ ਦੇਖਦੇ ਹੋਏ ਆਪਣੇ ਜੋ ਹੈ ਫਿਊਚਰਸ ਜਾਂ ਪ੍ਰੈਜ਼ੈਂਟ ਦਾ ਅੰਦਾਜ਼ਾ ਲਗਾ ਦਿੰਦੇ ਹਾਂ। ਮੀਨਸ ਫਿਊਚਰਸ ਨੂੰ ਆਪਾਂ ਪਾਸਟ ਦੇ ਬਿਹੇਵ ਤੇ ਦੇਖਦੇ, ਨਾਟ ਆ ਪ੍ਰੈਜ਼ੈਂਟ ਦੇ ਬਿਹੇਵ ਤੇ। ਤੇ ਕਹਿੰਦੇ ਅਡੈਪਟਿਵ ਐਕਸਪੈਕਟੇਸ਼ਨਸ ਦੇ ਵਿੱਚ ਕਹਿੰਦੇ ਆਪਾਂ ਪ੍ਰੋਪਰ ਜੱਜ ਨਹੀਂ ਕਰ ਪਾਉਂਦੇ ਰੀਜ਼ਨਸ ਨੂੰ ਇਨ ਅ ਸ਼ਾਰਟ ਰਨ, ਲੌਂਗ ਰਨ ਦੇ ਵਿੱਚ ਆਪਾਂ ਪ੍ਰੋਪਰ ਜੱਜ ਕਰ ਪਾਉਂਦੇ ਹਾਂ। ਕਹਿੰਦੇ ਇਹਦੇ ਵਿੱਚ ਦੇਖੋ ਜਿਵੇਂ ਕਿ ਇਕੁਏਸ਼ਨਸ ਲਿਖੀ ਹੋਈ ਆ, PET इज इक्वल टू PET माइनस 1 प्लस उल्टा जो बाई है अपना ब्रैकेट PT माइनस 1 माइनस PET माइनस 1। ਇਹਦੇ ਵਿੱਚ PT माइनस 1 is a price level in the previous time period and Y is the parameter such that it takes value between 0 and 1। ਐਂਡ ਉਸ ਤੋਂ ਬਾਅਦ ਕਹਿੰਦੇ ਇਹਦੇ ਵਿੱਚ ਹੈ ਆਪਣਾ ਜੋ ਇਕੁਏਸ਼ਨਸ ਨੂੰ ਫੋਲੋ ਕੀਤਾ ਹੈ ਪ੍ਰੈਜ਼ੈਂਟ ਜਾਂ ਪਾਸਟ ਦਾ ਟਾਈਮਸ, ਜਿਹਨੂੰ ਦੇਖਦੇ ਫਿਊਚਰਸ ਦੀ ਐਕਸਪੈਕਟੇਸ਼ਨਸ ਨੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ। ਕਹਿੰਦੇ ਇਹਦੇ ਵਿੱਚ ਕੀ ਹੈ, ਲੈਸ ਐਕਸਪੈਕਟਡ ਹੁੰਦਾ ਹੈ, ਜੋ ਹੁੰਦਾ ਆਪਣਾ ਆਪਾਂ ਸੋਚਦੇ ਹਾਂ ਉਹ ਲੈਸ ਹੁੰਦਾ ਹੈ, ਮਤਲਬ ਆਪਾਂ ਪੂਰਾ ਨਹੀਂ ਸੋਚ ਪਾਉਂਦੇ, 100% ਨਹੀਂ ਸੋਚ ਪਾਉਂਦੇ, ਐਕੂਰੇਟ ਜੋ ਨਹੀਂ ਹੁੰਦਾ, ਆਪਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਇਸ ਦਾ ਰੀਜ਼ਨ ਕੀ ਸੀ, ਇਹ ਸੀਗਾ। ਐਂਡ ਰੈਸ਼ਨਲ ਐਕਸਪੈਕਟੇਸ਼ਨਸ ਹਾਈਪੋਥੀਸਿਸ ਦੇ ਵਿੱਚ ਕਹਿੰਦੇ ਅਸਿਊਮ ਕੀਤਾ ਜਾਂਦਾ ਹੈ ਕਿ ਹਾਊਸ ਐਂਡ ਫਰਮਸ ਟੇਕ ਡਿਸੀਜਨਸ ਔਨ ਦ ਬੇਸਿਸ ਆਫ ਬੈਸਟ ਪੋਸੀਬਲ ਇਨਫੋਰਮੇਸ਼ਨ। ਕਹਿੰਦੇ ਇਹਦੇ ਵਿੱਚ ਜੋ ਵੀ ਆਪਾਂ ਸੋਚਦੇ ਹਾਂ, ਜੋ ਵੀ ਆਪਣੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਉਹ ਸਹੀ ਹੁੰਦੀ ਹੈ, ਐਕੂਰੇਟ ਹੁੰਦੀ ਹੈ। ਦਿਸ ਦੇ ਕੰਸੀਡਰਡ ਨਾਟ ਓਨਲੀ ਪਾਸਟ ਟ੍ਰੈਂਡਸ ਬਟ ਆਲਸੋ ਪ੍ਰੈਜ਼ੈਂਟ ਐਂਡ ਐਕਸਪੈਕਟਡ ਫਿਊਚਰ ਇਵੈਂਟਸ। ਕਹਿੰਦੇ ਇਹਦੇ ਵਿੱਚ ਪਾਸਟ ਦੇ ਥਰੂ ਦੀ ਜੋ ਪ੍ਰੈਜ਼ੈਂਟ ਐਂਡ ਫਿਊਚਰ ਇਵੈਂਟਸ ਨੇ ਕਹਿੰਦੇ ਉਹਨਾਂ ਨੂੰ ਦੇਖਦੇ ਹੀ ਜੋ ਹੈ ਰੈਸ਼ਨਲ ਐਕਸਪੈਕਟੇਸ਼ਨਸ ਕੀਤੀਆਂ ਜਾਂਦੀਆਂ ਨੇ। ਕਹਿੰਦੇ people learn from the past mistakes, people may be wrong in their forecast sometimes but on average they will be correct। mostly ਕਹਿੰਦੇ ਉਹ ਆਪਣੀਆਂ ਫਿਊਚਰ ਐਕਸਪੈਕਟੇਸ਼ਨ ਦੇ ਵਿੱਚ ਕਿਨੇ correct ਰਹਿੰਦੇ ਨੇ, ਜੋ ਅਸਿਊਮ ਕਰਕੇ ਚੱਲਦੇ ਨੇ ਉਹੀ ਹੁੰਦਾ ਹੈ, ਲੇਕਿਨ ਅਡੈਪਟਿਵ ਦੇ ਵਿੱਚ ਨਹੀਂ ਹੁੰਦਾ, ਉਹਦੇ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਦੋ ਵਰਜ਼ਨਸ ਆਉਂਦੇ ਨੇ। ਤਾਂ ਕਹਿੰਦੇ देयर आर टू ਵਰਜ਼ਨਸ, ਕਹਿੰਦੇ ਇਹਦੇ ਵਿੱਚ टू ਵਰਜ਼ਨਸ ਨੇ ਰੈਸ਼ਨਲ ਐਕਸਪੈਕਟੇਸ਼ਨਸ ਦੇ ਵਿੱਚ, ਇੱਕ ਹੁੰਦਾ ਆਪਣਾ ਸਟਰੋਂਗ ਵਰਜ਼ਨ, ਇੱਕ ਹੁੰਦਾ ਆਪਣਾ ਵੀਕ ਵਰਜ਼ਨ। ਤਾਂ ਵੀਕ ਵਰਜ਼ਨ ਦੇ ਵਿੱਚ ਕਹਿੰਦੇ ਜੋ ਪੀਪਲਸ ਅਸਿਊਮ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਉਹਨਾਂ ਦੇ ਬਾਰੇ ਲਿਮਿਟਡ ਇਨਫੋਰਮੇਸ਼ਨ ਹੁੰਦੀ ਹੈ, ਮੀਨਸ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੁੰਦੀ ਪੀਪਲਸ ਨੂੰ, ਠੀਕ ਹੈ, ਆਪਣੀ ਮਾਰਕੀਟ ਸਿਚੁਏਸ਼ਨਸ ਦੇ ਬਾਰੇ ਬੈਸਟ ਯੂਜ਼ ਆਫ ਇਨਫੋਰਮੇਸ਼ਨ ਆ ਜਿਹੜਾ ਉਹ ਵੀਕ ਵਰਜ਼ਨ ਦੇ ਵਿੱਚ ਨਹੀਂ ਕਰ ਸਕਦੀ। ਐਂਡ ਜਿਹੜਾ ਸਟਰੋਂਗ ਵਰਜ਼ਨ ਹੈ ਉਹਦੇ ਵਿੱਚ ਜਿਹੜੀਆਂ ਰੈਸ਼ਨਲ ਐਕਸਪੈਕਟੇਸ਼ਨਸ ਹਾਈਪੋਥੀਸਿਸ ਨੇ ਜੋ ਅਸਿਊਮ ਕਰਦੇ ਨੇ
ਉਹਨਾਂ ਦੇ ਵਿੱਚ ਉਹ ਆਲ ਇਨਫੋਰਮੇਸ਼ਨ ਸਹੀ ਅਸੈਸ ਕਰਦੇ ਨੇ, ਵੀ ਸਹੀ ਇਨਫੋਰਮੇਸ਼ਨ ਹੁੰਦੀ ਆ, ਜੋ ਵੀ ਡਿਸੀਜਨਸ ਲਿੱਤੇ ਜਾਂਦੇ ਨੇ ਆਲ ਫਿਰ ਇਨਫੋਰਮੇਸ਼ਨਸ ਨੂੰ ਲਿੱਤੇ ਹੋਏ ਆਪਣੇ ਸਟਰੋਂਗ ਵਰਜ਼ਨ ਆਫ ਰੈਸ਼ਨਲ ਐਕਸਪੈਕਟੇਸ਼ਨ ਦੇ ਵਿੱਚ ਉਹ ਸਹੀ ਹੁੰਦੇ ਨੇ। ਉਹਨਾਂ ਦੇ ਵਿੱਚ ਜਿਹੜੇ ਐਕਸਪੈਕਟੇਸ਼ਨਸ ਹੁੰਦਾ ਹੈ ਉਹਨਾਂ ਦਾ ਇਕੁਅਲ ਹੁੰਦਾ ਐਕਚੁਅਲ ਵੈਲਿਊ ਦੇ, ਜੋ ਐਕਚੁਅਲਸ ਵਿੱਚ ਹੋ ਰਿਹਾ ਹੁੰਦਾ ਹੈ ਉਹਨਾਂ ਦੀ ਜੋ ਵੀ ਐਕਸਪੈਕਟੇਸ਼ਨਸ ਨੇ ਉਹਨਾਂ ਦੇ ਇਕੁਅਲ ਹੁੰਦਾ ਹੈ। ਐਨੀ ਐਰਰ ਇਨ ਫੋਰਕਾਸਟ ਇਜ਼ ਡਿਊ ਟੂ ਅਨਐਕਸਪੈਕਟਡ ਡਿਵੈਲਪਮੈਂਟ ਦੇ ਕਰਕੇ ਕੋਈ ਵੀ ਜਿਹੜੀ ਐਰਰ ਆ ਉਹ ਹੋ ਸਕਦੀ ਆ। ਤੇ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹਨਾਂ ਨਾਲ ਰਿਲੇਟਡ ਆਰਗੂਮੈਂਟਸ ਵੀ ਨੇ। ਐਕਸਪੈਕਟੇਸ਼ਨਸ ਆਰਗੂਮੈਂਟ ਫਿਲਿਪਸ ਕਰਵਸ। ਤਾਂ ਫਰਸਟ ਕਹਿੰਦੇ ਫਿਲਿਪਸ ਕਰਵ ਡਿਸਕਸ Phillips firms cannot express stagflations in an economy. Explaining stagflations, we need to bring in expectations in our analysis. Stagflations means एक तरफ अपना किया अनएम्प्लॉयमेंट भी डिक्रीज हो रही है, एग्रीगेट डिमांड भी इंक्रीज हो रही है, दूसरी तरफ प्राइसेस भी की ने इंक्रीज हो रहे हैं, जिससे द सिचुएशन ऑफ स्टैगफ्लेशन से सप्लाई भी अपनी डिक्रीज हो रही है। कहते both adaptive expectations and rational expectations have important implications for Phillips curve। The Phillips curve under adaptive expectations देखेंगे and Phillips curves under rational expectations देखेंगे। पहला Phillips curve under adaptive expectation ਦੇ ਵਿੱਚ ਕਹਿੰਦੇ ਹੀ ਆ, ਕਹਿੰਦੇ microeconomics that workers and employers take decisions regarding to unemployment on the basis of real wages and nominal wages। ਤਾਂ ਕਹਿੰਦੇ ਜਿਹੜੇ ਆਪਣੇ ਮੋਸਟਲੀ ਜਦੋਂ ਇਨਫਲੇਸ਼ਨ ਡਿਫਲੇਸ਼ਨ ਹੁੰਦਾ ਹੈ ਤਾਂ ਜਿਹੜੇ ਵਰਕਰਸ ਨੇ ਇੰਪਲੋਇਰਸ ਨੇ ਕਹਿੰਦੇ ਉਹਨਾਂ ਨੂੰ ਆਪਣੇ ਜੋ ਹੈ ਪਰਚੇਜ਼ਿੰਗ ਪਾਵਰ ਦੇ ਬਾਰੇ ਨਹੀਂ ਪਤਾ ਹੁੰਦਾ ਕਿ ਸਾਡੀ ਪਰਚੇਜ਼ਿੰਗ ਪਾਵਰ ਡਾਊਨ ਕਿਉਂ ਜਾ ਰਹੀ ਹੈ। ਇਹਨਾਂ ਸ਼ਾਰਟ ਰਨ ਕਹਿੰਦੇ ਉਹ ਐਕਸਪੈਕਟ ਨਹੀਂ ਕਰ ਸਕਦੇ ਇਨ ਦਾ ਅਡੈਪਟਿਵ ਐਕਸਪੈਕਟੇਸ਼ਨਸ। ਕਹਿੰਦੇ ਸ਼ਾਰਟ ਰਨ ਦੇ ਵਿੱਚ ਉਹਨਾਂ ਦੀ ਪਰਚੇਜ਼ਿੰਗ ਪਾਵਰ ਘਟ ਜਾਂਦੀ ਹੈ, ਵੈਲਿਊ ਆਫ ਮਨੀ ਘਟ ਜਾਂਦੀ ਹੈ, ਲੇਕਿਨ ਉਹਨਾਂ ਨੂੰ ਐਕਚੁਅਲ ਦੇ ਵਿੱਚ ਨਹੀਂ ਪਤਾ ਹੁੰਦਾ ਕਿ ਰੀਜ਼ਨ ਹੈ ਕੀ। ਤਾਂ ਸ਼ਾਰਟ ਰਨ ਦੇ ਵਿੱਚ ਨਹੀਂ ਪਤਾ ਹੁੰਦਾ, ਲੇਕਿਨ ਇਨ ਫਿਊਚਰਸ ਦੇ ਵਿੱਚ ਕਹਿੰਦੇ ਵਰਕਰਸ ਨੂੰ ਕਿ ਲੌਂਗ ਰਨ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਜਿਹੜੇ ਆਪਣੇ ਪ੍ਰੋਡਿਊਸਰਸ ਨੇ ਉਹਨਾਂ ਦੇ ਕੋਲ ਪ੍ਰਾਈਸਿਸ ਜਾ ਰਹੇ ਨੇ, ਗੁड्स ਦੇ ਪ੍ਰਾਈਸਿਸ ਹਾਈ ਹੋ ਰਹੇ ਨੇ, ਤਾਂ ਇਟਸ ਮੀਨਸ ਸਾਡੀ ਵੈਲਿਊ ਆਫ ਮਨੀ ਘਟ ਰਹੀ ਹੈ, ਪਰਚੇਜ਼ਿੰਗ ਪਾਵਰ ਘਟ ਰਹੀ ਹੈ, ਤਾਂ ਇਟਸ ਮੀਨਸ ਸਾਨੂੰ ਵੀ ਜਿਹੜੀ ਵੇਜਿਸ ਨੇ ਉਹ ਜ਼ਿਆਦਾ ਚਾਹੀਦੀਆਂ ਨੇ। ਤਾਂ ਲੌਂਗ ਰਨ ਦੇ ਵਿੱਚ ਜਿਹੜੀਆਂ ਆਪਣੀਆਂ ਟ੍ਰੇਡ ਯੂਨੀਅਨਸ ਹੁੰਦੀਆਂ ਨੇ, ਲੇਬਰ ਕਲਾਸਿਸ ਹੁੰਦੀਆਂ ਨੇ, ਉਹ ਸਟ੍ਰਾਈਕ ਕਰਦੀਆਂ ਨੇ ਆਪਣੇ ਵੇਜਿਸ ਨੂੰ ਜ਼ਿਆਦਾ ਇਨਕਰੀਜ਼ ਕਰਨ ਦੇ ਲਈ। ਤਾਂ ਫਿਰ ਕੀ ਹੁੰਦਾ ਹੈ, ਵੇਜਿਸ ਇਨਕਰੀਜ਼ ਹੋਣ ਦੇ ਨਾਲ ਜਿਹੜੀ ਲੇਬਰ ਦੀ ਡਿਮਾਂਡ ਆ ਲੌਂਗ ਰਨ ਦੇ ਵਿੱਚ ਉਹ ਘਟ ਜਾਂਦੀ ਹੈ, ਜਿਹਦੇ ਥਰੂ ਜਿਹੜੀ ਹੈ ਆਪਣੀ ਪ੍ਰਾਈਸਿਸ ਵੇਜਿਸ ਵਧਣ ਦੇ ਨਾਲ ਲੇਬਰ ਦੀ ਡਿਮਾਂਡ ਘੱਟ ਹੋ ਜਾਂਦੀ ਹੈ ਤੇ ਸੇਮ ਵੇਜ ਰੇਟ ਜਿਹੜਾ ਹੈ ਅਨਇੰਪਲੋਇਮੈਂਟ ਰੇਟ ਆਪਾਂ ਸੇਮ ਤੇ ਚਲੇ ਜਾਂਦੇ ਹਾਂ। ਜਦਕਿ ਪਹਿਲਾਂ ਇਨਫਲੇਸ਼ਨ ਵਧਣ ਦੇ ਨਾਲ ਸ਼ਾਰਟ ਰਨ ਦੇ ਵਿੱਚ ਕਹਿੰਦੇ ਕੀ ਆ ਅਨਇੰਪਲੋਇਮੈਂਟ ਆ ਜਿਹੜੀ ਉਹ ਘਟ ਜਾਂਦੀ ਹੈ, ਕਿਉਂਕਿ ਆਪਾਂ ਪ੍ਰੋਡਕਸ਼ਨ ਵੀ ਇਨਕਰੀਜ਼ ਕੀਤੀ ਜਾਂਦੀ ਹੈ। ਲੇਕਿਨ ਲੇਬਰ ਕਲਾਸ ਦੀ ਪਰਚੇਜ਼ਿੰਗ ਪਾਵਰ ਡਾਊਨ ਹੁੰਦੀ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਰੀਜ਼ਨ ਕੀ ਹੈ। ਐਂਡ ਜਦੋਂ ਲੌਂਗ ਰਨ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਉਹ ਵੇਜ ਦੀ ਜ਼ਿਆਦਾ ਡਿਮਾਂਡ ਕਰਦੇ ਨੇ ਤਾਂ ਡਿਮਾਂਡ ਲੇਬਰ ਦੀ ਘਟ ਜਾਂਦੀ ਹੈ, ਜਿਹਦੇ ਥਰੂ ਫਿਰ ਆਪਾਂ ਪਹਿਲਾਂ ਵਾਲੇ ਅਨਇੰਪਲੋਇਮੈਂਟ ਲੈਵਲ ਤੇ ਪਹੁੰਚ ਜਾਂਦੇ ਤੇ ਜਿਹਦੇ ਥਰੂ ਜਿਹੜਾ ਆਪਣਾ ਇਨਫਲੇਸ਼ਨ ਫਿਰ ਕੀ ਹੋ ਜਾਂਦਾ ਇਨਕਰੀਜ਼ ਹੋ ਜਾਂਦਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਆਪਣਾ ਐਕਸਪੈਕਟਡ ਇਨਫਲੇਸ਼ਨ ਹੈ ਇਨ ਅਡੈਪਟਿਵ ਐਕਸਪੈਕਟੇਸ਼ਨ ਦੇ ਵਿੱਚ ਉਹ ਐਕਸ ਤੇ ਇੰਪਲੋਇਮੈਂਟ ਰੇਟ ਲਿੱਤਾ ਹੋਇਆ ਹੈ, ਉਹ ਵਾਈ ਤੇ ਇੰਟਰਸਟ ਰੇਟ ਲਿੱਤਾ ਹੋਇਆ ਹੈ। ਜਿਹੜਾ ਆਪਣਾ ਇਨੀਸ਼ੀਅਲ ਫਰਸਟਲੀ ਤੁਸੀਂ ਦੇਖ ਸਕਦੇ ਹੋ ਇਨੀਸ਼ੀਅਲ ਜਿਹੜਾ ਹੈ ਆਪਣਾ ਸਪਲਾਈ ਸ਼ਾਰਟ ਰਨ ਪੀਸੀ ਕਰਵ ਜਿਹੜੀ ਆਪਣੀ that is a सी पॉइंट दे सी पॉइंट ਤੁਸੀਂ ਦੇਖ ਰਹੇ ਹੋ ਲੌਂਗ ਰਨ ਦੀ ਜਿਹੜੀ ਹੈ ਆਪਣੀ ਪੀਸੀ ਕਰਵ ਹੈ, ਇੱਕ ਆਪਣੀ ਸ਼ਾਰਟ ਰਨ ਦੀ ਪੀਸੀ ਕਰਵ ਹੈ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਟੈਂਪਰੇਰੀ ਕਹਿੰਦੇ ਅਨਐਕਸਪੈਕਟਡ ਇਨਕਰੀਜ਼ਸ ਇਨ ਇਨਫਲੇਸ਼ਨ ਰੇਟ। ਤਾਂ ਫਿਗਰ ਦੇ ਵਿੱਚ ਦਿਖਾਇਆ ਹੋਇਆ ਹੈ ਤੁਹਾਡਾ ਇੱਥੇ ਕਿ ਜਦੋਂ ਸ਼ਾਰਟ ਰਨ ਦੀ ਪ੍ਰੋਡਕਸ਼ਨ ਕਰਵ ਆਪਣੀ SRPC1 ਲੌਂਗ ਰਨ ਦੇ ਵਿੱਚ ਪ੍ਰੋਡਕਸ਼ਨ ਕਰਵ ਆਪਣੀ SRPC2 ਸੀਗੀ, ਤਦੋਂ ਕਹਿੰਦੇ ਜਿਹੜਾ ਇੰਟਰਸਟ ਰੇਟ ਸੀਗਾ π2 ਸੀਗਾ ਐਂਡ ਜਿਹੜੀ ਅਨਇੰਪਲੋਇਮੈਂਟ ਰੇਟ ਸੀਗਾ U ਸੀਗਾ। ਠੀਕ ਹੈ, ਕਹਿੰਦੇ ਇਨਫਲੇਸ਼ਨ ਕੀ ਹੋ ਗਿਆ ਆਪਣਾ ਡਿਕਰੀਜ਼ ਹੋ ਗਿਆ, ਇਨਫਲੇਸ਼ਨ ਡਿਕਰੀਜ਼ ਹੋ ਗਿਆ ਤਾਂ ਜਿਹਦੇ ਥਰੂ ਕੀ ਲੇਬਰ ਦੀ ਡਿਮਾਂਡ ਇਨਕਰੀਜ਼ ਹੋ ਗਈ ਕਿਉਂਕਿ ਪ੍ਰਾਈਸਿਸ ਵੀ ਘਟ ਗਈਆਂ। ਠੀਕ ਹੈ, ਪ੍ਰਾਈਸਿਸ ਘਟਣ ਦੇ ਨਾਲ ਕੀ ਆ ਫਰਸਟਲੀ ਕਹਿੰਦੇ ਇਨਫਲੇਸ਼ਨ ਇਨਕਰੀਜ਼ ਹੋਇਆ π2 ਹੋ ਗਿਆ, ਜਿਹਦੇ ਥਰੂ ਕੀ ਆਪਣੀ ਜਿਹੜੀ SRPC2 ਕਰਵ ਤੇ ਆਪਾਂ ਇਨਫਲੇਸ਼ਨ ਇਨਕਰੀਜ਼ ਹੋਣ ਦੇ ਨਾਲ ਜਿਹੜੀ ਲੇਬਰ ਦੀ ਡਿਮਾਂਡ ਆ ਉਹ ਵੀ ਇਨਕਰੀਜ਼ ਹੋ ਗਈ। ਸ਼ਾਰਟ ਰਨ ਦੇ ਵਿੱਚ ਤਾਂ ਲੇਬਰ ਦੀ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਜਿਹੜੀ ਆਪਣੀ ਹੈ ਸ਼ਾਰਟ ਰਨ ਦੀ ਪੀਸੀ ਕਰਵ ਉਹ ਡਾਊਨ ਹੋ ਗਈ, ਜਿਹਦੇ ਥਰੂ ਕੀ ਆਪਣਾ ਰੇਟ ਆਫ ਇੰਟਰਸਟ ਘਟ ਗਿਆ π2 ਹੋ ਗਿਆ। ਠੀਕ ਹੈ, ਐਂਡ ਜਿਹੜਾ ਰੇਟ ਆਫ ਇੰਟਰਸਟ ਘਟਣ ਨਾਲ ਇਨਵੈਸਟਮੈਂਟ ਇਨਕਰੀਜ਼ ਹੋ ਗਈ, ਜਿਹਦੇ ਤੋਂ ਇੰਪਲੋਇਮੈਂਟ ਰੇਟ ਵੀ ਡਿਕਰੀਜ਼ ਹੋ ਗਿਆ, U ਤੋਂ ਘਟ ਕੇ U2 ਹੋ ਗਿਆ। ਆਪਾਂ B ਪੁਆਇੰਟ ਤੇ ਸ਼ਾਰਟ ਰਨ ਤੇ ਪਹੁੰਚ ਗਏ।
ठीक है। लेकिन ਇੱਥੇ ਸ਼ਾਰਟ ਰਨ ਤੇ ਕਹਿੰਦੇ ਪ੍ਰੋਪਰ ਜਜਮੈਂਟ ਨਹੀਂ ਹੈਗੀ ਕਿ ਲੇਬਰ ਨੂੰ ਕੀ ਸਾਡੀਆਂ ਜਿਹੜੀ ਪਰਚੇਸਿੰਗ ਪਾਵਰ ਹੈ ਉਹ ਵੀ ਘਟੀ ਹੈ ਕਿ ਵੇਜ ਰੇਟ ਸਾਡਾ ਘੱਟ ਹੈ ਲੇਕਿਨ ਪ੍ਰਾਈਸਿਸ ਹਾਈ ਨਹੀਂ। ਤਾਂ ਫਿਰ ਕਹਿੰਦੇ ਕਿ ਉਹ ਲੌਂਗ ਰਨ ਦੇ ਵਿੱਚ ਕਹਿੰਦੇ ਪਤਾ ਲੱਗ ਜਾਂਦਾ ਲੌਂਗ ਰਨ ਦੇ ਵਿੱਚ ਉਹ ਜ਼ਿਆਦਾ ਡਿਮਾਂਡ ਕਰਦੇ ਨੇ ਵੇਜਿਸ ਦੀਆਂ, ਜਿਹਦੇ ਥਰੂ ਕੀ ਆ ਵੇਜ ਰੇਟ ਕੀ ਆ ਇਨਕਰੀਜ਼ ਹੋਣ ਦੇ ਨਾਲ ਲੇਬਰ ਦੀ ਡਿਮਾਂਡ ਘਟ ਜਾਏਗੀ, ਜਿਹਦੇ ਥਰੂ ਪਹਿਲਾਂ ਵਾਲੀ ਜਿਹੜੀ ਹੈ ਐਸਆਰਪੀਸੀ ਤੇ ਅਸੀਂ ਪਹੁੰਚ ਜਾਵਾਂਗੇ। ਅਨਇੰਪਲੋਇਮੈਂਟ ਰੇਟ ਵੱਧ ਜਾਏਗਾ, U2 ਤੋਂ U ਹੋ ਜਾਏਗਾ ਐਂਡ ਜਿਹੜਾ ਇੰਟਰਸਟ ਰੇਟ ਆ ਉਹ ਵੀ ਵੱਧ ਕੇ पाई 2 तो ऊपर चला जाएगा पाई 2, ठीक है। सी पॉइंट ते ਅਸੀਂ ਪਹੁੰਚ ਜਾਵਾਂਗੇ। ਤਾਂ ਫਿਰ ਲੌਂਗ ਰਨ ਦੇ ਵਿੱਚ ਅਸੀਂ ਪਹਿਲਾਂ ਵਾਲੀ ਪੋਜੀਸ਼ਨ ਤੇ ਪਹੁੰਚ ਜਾਵਾਂਗੇ ਜਿਹੜੇ ਕਿ ਪਹਿਲਾਂ ਸ਼ਾਰਟ ਰਨ ਦੇ ਵਿੱਚ ਅਨਇੰਪਲੋਇਮੈਂਟ ਇਨਫਲੇਸ਼ਨ ਵਧਣ ਕਰਕੇ ਡਿਕਰੀਜ਼ ਹੋਈ ਸੀਗੀ, ਉਹ ਬਾਅਦ ਦੇ ਵਿੱਚ ਸੀ ਪੁਆਇੰਟ ਤੇ ਲੌਂਗ ਰਨ ਦੇ ਵਿੱਚ ਕੀ ਹੈ ਇਨਕਰੀਜ਼ ਹੋ ਜਾਏਗੀ। ਦਿਸ ਇਜ਼ ਦਾ ਅਡੈਪਟਿਵ ਐਕਸਪੈਕਟੇਸ਼ਨਸ ਕਿ ਟਾਈਮ ਲੈਗ ਹੁੰਦਾ ਹੈ ਪ੍ਰੋਪਰ ਸਮਝਣ ਦੇ ਵਿੱਚ, ਠੀਕ ਹੈ। ਆਪਾਂ ਪਾਸਟ ਐਕਸਪੀਰੀਅੰਸ ਤੋਂ ਹੌਲੀ ਹੌਲੀ ਸਿੱਖਦੇ ਹਾਂ ਲੌਂਗ ਰਨ ਤੱਕ। ਐਂਡ ਉਸ ਤੋਂ ਬਾਅਦ ਜੋ ਹੈ ਆਪਣਾ ਦੂਸਰਾ ਰੈਸ਼ਨਲ ਐਕਸਪੈਕਟੇਸ਼ਨਸ, ਉਹਦੇ ਵਿੱਚ ਕੀ ਹੁੰਦਾ ਹੈ ਸਾਨੂੰ ਪ੍ਰੋਪਰ ਜਜਮੈਂਟ ਹੁੰਦੀ ਹੈ ਕਿ ਰੈਸ਼ਨਲ ਐਕਸਪੈਕਟੇਸ਼ਨਸ ਇਕਨੋਮਿਕ ਏਜੰਟ ਸੱਚ ਜਿਹਾ ਫਰਮ ਹੋ ਗਿਆ ਚਾਹੇ ਹਾਊਸ ਹੋਲਡ ਹੋ ਗਿਆ ਆਰ ਲੁਕਿੰਗ ਫਾਰਵਰਡ, ਉਹ ਅੱਗੇ ਦੀ ਸੋਚਦੇ ਨੇ। ਕਹਿੰਦੇ ਉਹ ਕੀ ਆ ਅਵੇਲੇਬਲ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਪਾਸਟ ਐਕਸਪੀਰੀਅੰਸ ਐਜ਼ ਵੈਲ ਐਜ਼ ਪ੍ਰੈਜ਼ੈਂਟ ਐਂਡ ਫਿਊਚਰ ਡਿਵੈਲਪਮੈਂਟ ਹੈ ਜਿਹੜੀ ਇਕਨੋਮੀ ਦੀ ਉਹ ਦੇਖਦੇ ਨੇ, ਉਹਦੇ ਥਰੂ ਕਹਿੰਦੇ ਉਹ ਵਰਕ ਕਰਦੇ ਨੇ। ਕਹਿੰਦੇ ਅੰਡਰ ਰੈਸ਼ਨਲ ਐਕਸਪੈਕਟੇਸ਼ਨਸ ਤੇ ਸੋਚਦੇ ਨੇ। ਕਹਿੰਦੇ ਉਹ ਕਹਿੰਦੇ ਐਰਰ ਕੈਂਸਲ ਆਊਟਪੁੱਟ ਹੋਲ ਹੁੰਦਾ ਹੈ, ਕਹਿੰਦੇ ਉਹ ਕੋਈ ਵੀ ਜਿਹੜੀ ਹੈ ਆਪਣੀ ਪ੍ਰੋਬਲਮ ਉਹਦਾ ਸੋਲੂਸ਼ਨਸ ਕਰ ਸਕਦੇ ਨੇ। ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਆਪਣਾ ਰੈਸ਼ਨਲ ਐਕਸਪੈਕਟੇਸ਼ਨਸ, ਪਹਿਲਾਂ ਆਪਾਂ A ਪੁਆਇੰਟ ਤੇ ਸੀਗੇ, ਫਿਰ A ਤੋਂ ਬਾਅਦ ਆਪਾਂ C ਪੁਆਇੰਟ ਤੇ। ਸੇਮ ਕਹਿੰਦੇ ਇਨਫਲੇਸ਼ਨ ਰੇਟ ਇਨਕਰੀਜ਼ ਹੋਣ ਦੇ ਨਾਲ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹ ਵੀ ਇਨਕਰੀਜ਼ ਹੋ ਜਾਏਗੀ, ਲੇਕਿਨ ਅਨਇੰਪਲੋਇਮੈਂਟ ਰੇਟ ਆ ਜਿਹੜਾ ਉਹ ਸੇਮ ਰਹੇਗਾ, ਕਿਉਂਕਿ ਪਹਿਲਾਂ ਤੋਂ ਹੀ ਜਿਹੜੇ ਆਪਣੇ ਰੈਸ਼ਨਲ ਐਕਸਪੈਕਟੇਸ਼ਨ ਤੇ ਵੀ ਜਿਹੜੇ ਵਰਕਰਸ ਨੇ ਲੇਬਰ ਕਲਾਸ ਹੈ ਉਹਨਾਂ ਨੂੰ ਪਤਾ ਹੈ ਕਿ ਰੀਜ਼ਨ ਇਹ ਆ ਅਗਰ ਪ੍ਰਾਈਸਿਸ ਹਾਈ ਹੋ ਰਹੇ ਨੇ ਸਾਡੀ ਪਰਚੇਸਿੰਗ ਪਾਵਰ ਘਟ ਰਹੀ ਹੈ ਤਾਂ ਇਟਸ ਮੀਨਸ ਇਨਫਲੇਸ਼ਨ ਇਨਕਰੀਜ਼ ਹੋ ਰਿਹਾ ਤੇ ਇਨਫਲੇਸ਼ਨ ਦੇ ਥਰੂ ਪ੍ਰੋਡਿਊਸਰ ਕਲਾਸ ਬੈਨੀਫਿਟ ਲੈ ਰਹੀ ਹੈ ਤਾਂ ਪ੍ਰੋਡਿਊਸਰ ਕਲਾਸ ਨੂੰ ਦੇਖਦੇ ਹੋਏ ਉਹ ਵੀ ਕੀ ਵੇਜ ਰੇਟ ਆਪਣਾ ਇਨਕਰੀਜ਼ ਕਰਨ ਦੀ ਗੱਲ ਕਰਨਗੇ। ਤਾਂ ਵੇਜ ਰੇਟ ਇਨਕਰੀਜ਼ ਹੋਣ ਦੇ ਨਾਲ ਜੋ ਹੈ ਪ੍ਰਾਈਸਿਸ ਤੇ ਇਨਫਲੇਸ਼ਨ ਹੋਰ ਇਨਕਰੀਜ਼ ਹੋ ਜਾਏਗਾ ਤੇ ਜਿਹੜੀ ਹੈ ਆਪਣੀ ਲੇਬਰ ਦੀ ਡਿਮਾਂਡ ਘਟ ਜਾਏਗੀ, ਮੀਨਸ ਆਪਾਂ ਅਨਇੰਪਲੋਇਮੈਂਟ ਲੇਬਰ ਦੀ ਡਿਮਾਂਡ ਉਨੀ ਨਹੀਂ ਹੋਏਗੀ, ਅਨਇੰਪਲੋਇਮੈਂਟ ਰੇਟ ਆਪਣਾ ਉਨਾ ਹੀ ਰਹੇਗਾ ਜਿੰਨਾ ਪਹਿਲਾਂ ਸੀਗਾ। ਦਿਸ ਇਜ਼ ਦਾ ਰੇਸ਼ਨਲ ਐਕਸਪੈਕਟੇਸ਼ਨਸ। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਜਿਹੜਾ ਨੈਚੁਰਲ ਰੇਟ ਹੁੰਦਾ ਹੈ ਤੇ ਐਕਚੁਅਲ ਰੇਟ ਆਫ ਐਕਸਪੈਕਟੇਸ਼ਨਸ ਹੁੰਦਾ ਉਹ ਕੀ ਹੁੰਦਾ ਇਕੁਅਲ ਹੁੰਦਾ, ਦੋਨਾਂ ਦੇ ਵਿੱਚ ਸੇਮ ਐਕਸਪੈਕਟੇਸ਼ਨਸ ਹੁੰਦੀਆਂ। ਇਹ ਸੀਗਾ ਆਪਣਾ ਅਡੈਪਟਿਵ ਐਕਸਪੈਕਟੇਸ਼ਨਸ ਐਂਡ ਰੈਸ਼ਨਲ ਐਕਸਪੈਕਟੇਸ਼ਨਸ। ਤਾਂ ਇਹ ਸੀਗੀ ਆਪਣੀ ਫਲਿਪਸ ਕਰਵ ਜਿਹਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ टाइप्स ऑफ अनएम्प्लॉयमेंट इन्फ्लेशन देखा है कि इन्फ्लेशन का मतलब राइज इन प्राइसेस, टू रीजंस डिमांड पुल एंड कॉस्ट पुश इन्फ्लेशन। ते अनएम्प्लॉयमेंट दी कहते 3 टाइप्स हो सकदियां ने जिहदे विच जीरो अनएम्प्लॉयमेंट दे विच ठीक है फ्रिक्शनल अनएम्प्लॉयमेंट, स्ट्रक्चरल अनएम्प्लॉयमेंट एंड साइक्लिकल अनएम्प्लॉयमेंट। फिर अपने लेबर फोर्स पार्टिसिपेशन रेट देखा है जिसमें आप साइज ऑफ द लेबर फोर्स के नाल डिवाइड करके साइज ऑफ पॉपुलेशन इन द एज ग्रुप ऑफ 16 to 64 ईयर्स के नाल डिवाइड करके आप काट सकते हैं। उस तो बाद फ्लिप्स कर्व जो समझ सकेगी रिलेशनशिप बिटवीन द इन्फ्लेशन एंड अनएम्प्लॉयमेंट। इनवर्स रिलेशनशिप की इन्फ्लेशन बढ़ने के नाल अनएम्प्लॉयमेंट घटेगा तो इन्फ्लेशन घटन के नाल अनएम्प्लॉयमेंट रेट बढ़ेगा। ਉਸ ਤੋਂ ਬਾਅਦ ਨੈਚੁਰਲ ਰੇਟ ਆਫ ਅਨਇੰਪਲੋਇਮੈਂਟ ਕੀ ਨੈਚੁਰਲ ਰੇਟ ਆਫ ਅਨਇੰਪਲੋਇਮੈਂਟ ਮੀਨਸ ਜ਼ੀਰੋ ਅਨਇੰਪਲੋਇਮੈਂਟ ਦੇ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਅਨਇੰਪਲੋਇਮੈਂਟ ਹੁੰਦੀ ਆ ਤਾਂ ਉਹ ਕਿਹੜੀ ਹੋ ਸਕਦੀ ਆ ਜਿਹੜੀ ਕਿ ਥੋੜੇ ਸਮੇਂ ਦੇ ਲਈ ਹੁੰਦੀ ਆ ਟੈਂਪਰੇਰੀ ਅਨਇੰਪਲੋਇਮੈਂਟ ਹੁੰਦੀ ਆ ਜਿਹਦੇ ਵਿੱਚ ਫ੍ਰਿਕਸ਼ਨਲ ਅਨਇੰਪਲੋਇਮੈਂਟ, ਸਾਈਕਲਿਕਲ ਅਨਇੰਪਲੋਇਮੈਂਟ ਐਂਡ ਜਿਹੜੀ ਹੈ ਸਟਰਕਚਰਲ ਅਨਇੰਪਲੋਇਮੈਂਟ ਹੋ ਸਕਦੀ ਆ। दूसरी तरफ एक्सपेक्टेशंस इन इकोनॉमिक्स ਦੇ ਵਿੱਚ ਅਡੈਪਟਿਵ ਐਕਸਪੈਕਟੇਸ਼ਨ ਹੈ ਐਂਡ ਆਪਣਾ ਰੈਸ਼ਨਲ ਐਕਸਪੈਕਟੇਸ਼ਨ ਹੈ। ਅਡੈਪਟਿਵ ਦੇ ਵਿੱਚ ਮੀਨਸ ਆਪਾਂ ਸ਼ਾਰਟ ਰਨ ਦੇ ਵਿੱਚ ਪ੍ਰੋਪਰ ਜਿਹੜੇ ਵਰਕਰਸ ਨੇ ਉਹ ਅਸਿਊਮ ਨਹੀਂ ਕਰ ਪਾਉਂਦੇ ਕਿ ਕਿਸ ਕਰਕੇ ਜਿਹੜੀ ਸਾਡੀ ਹੈ ਪਰਚੇਸਿੰਗ ਪਾਵਰ ਘਟੀ ਹੈ, ਇਨਫਲੇਸ਼ਨ ਦਾ ਸਾਡੇ ਤੇ ਕੀ ਇਫੈਕਟ ਪੈ ਰਿਹਾ ਹੈ ਤੇ ਲੌਂਗ ਰਨ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਵੇਜ ਰੇਟ ਦੀ ਜ਼ਿਆਦਾ ਡਿਮਾਂਡ ਕਰਦੇ ਨੇ ਜਿਹਦੇ ਕਰਕੇ ਲੇਬਰ ਦੀ ਡਿਮਾਂਡ ਘਟ ਜਾਂਦੀ ਹੈ, ਫਿਰ ਆਪਾਂ ਉਹੀ ਅਨਇੰਪਲੋਇਮੈਂਟ ਲੈਵਲ ਤੇ ਪਹੁੰਚ ਜਾਂਦੇ ਹਾਂ। ਰੈਸ਼ਨਲ ਐਕਸਪੈਕਟੇਸ਼ਨ ਦੇ ਵਿੱਚ ਕੀ ਆ ਪ੍ਰੋਪਰ ਜਜਮੈਂਟ ਹੁੰਦੀ ਆ ਆਪਾਂ ਨੂੰ ਪਾਸਟ ਤੇ ਪ੍ਰੈਜ਼ੈਂਟ ਨੂੰ ਦੇਖਦੇ ਹੋਏ ਫਿਊਚਰਸ ਨੂੰ ਦੇਖਦੇ ਹੋਏ ਆਪਾਂ ਫੁੱਲ ਇਨਫੋਰਮੇਸ਼ਨ ਇਕੱਠੀ ਕਰਦੇ ਆ ਤੇ ਉਸ ਦੇ ਥਰੂ ਜਜਮੈਂਟ ਕਰਦੇ ਆ ਤੇ ਉਹੀ ਫਿਊਚਰ ਦੇ ਵਿੱਚ ਆਪਣੀ ਐਕਸਪੈਕਟੇਸ਼ਨਸ ਐਕਚੁਅਲ ਵੈਲਿਊਜ਼ ਕੀ ਹੁੰਦੀਆਂ ਨੇ ਇਕੁਅਲ ਹੁੰਦੀਆਂ ਨੇ। ਤੇ ਇਹਦੇ ਵਿੱਚ ਲੌਂਗ ਰਨ ਦੇ ਵਿੱਚ ਪਹਿਲਾਂ ਹੀ ਪਤਾ ਹੁੰਦਾ ਹੈ ਵਰਕਰਸ ਨੂੰ ਕਿ ਵੇਜ ਰੇਟ ਸਾਨੂੰ ਇਨਕਰੀਜ਼ ਕਰਨਾ ਚਾਹੀਦਾ ਕਿਉਂਕਿ ਇਨਫਲੇਸ਼ਨ ਇਨਕਰੀਜ਼ ਹੋਇਆ ਹੈ ਕਿ ਸਾਨੂੰ ਪ੍ਰਾਈਸਿਸ ਇਨਕਰੀਜ਼ ਹੋਈਆਂ ਨੇ ਸਾਡੀ ਪਰਚੇਸਿੰਗ ਪਾਵਰ ਘਟੀ ਹੈ ਤਾਂ ਇਟਸ ਮੀਨਸ ਅਨਇੰਪਲੋਇਮੈਂਟ ਡਿਕਰੀਜ਼ ਨਹੀਂ ਹੋਏਗਾ। ਤੇ ਇਹ ਸੀਗੀ ਆਪਣੀਆਂ ਫਲਿਪਸ ਕਰਵ ਜੋ ਆਪਾਂ ਆਪਣਾ ਅੱਜ ਦਾ ਸੀ ਟੌਪਿਕ। ਇਹ ਆਪਣਾ ਅੱਜ ਦਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।